ਸਲੋਕ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਸਿਰਲੇਖ ਹੇਠ 12ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਅੰਮ੍ਰਿਤ ਬਾਣੀ ਅਮਿਓ ਰਸ। ਇਹ ਭਾਈ ਅੰਮ੍ਰਿਤ ਬਾਣੀ ਵਿੱਚ ਨਾਮ ਅੰਮ੍ਰਿਤ ਰੂਪ ਰਸ ਹੈ। ਬਾਣੀ ਵੀ ਅੰਮ੍ਰਿਤ ਰੂਪ ਹੈ, ਪ੍ਰੇਮ ਵੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਹਰਿ ਕਾ ਨਾਮ। ਅਤੇ ਹਰੀ ਪਰਮੇਸ਼ਰ ਦਾ ਨਾਮ ਵੀ ਅੰਮ੍ਰਿਤ ਹੈ। ਅਰਥਾਤ ਇਹ ਸਾਰੀਆਂ ਚੀਜ਼ਾਂ ਅੰਮ੍ਰਿਤ ਰੂਪ ਹਨ, ਕਿਉਂਕਿ ਬਾਣੀ ਦੇ ਨਾਲ ਹੀ ਅੰਮ੍ਰਿਤ ਬਣਦਾ ਅਤੇ ਪ੍ਰੇਮ ਪੈਦਾ ਹੁੰਦਾ ਅਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਜਿਸ ਨੇ ਅੰਮ੍ਰਿਤ ਰੂਪ ਬਾਣੀ ਨਾਲ ਪ੍ਰੇਮ ਕੀਤਾ ਹੈ, ਉਸ ਨੂੰ ਬ੍ਰਹਮਾਨੰਦ ਆਤਮਿਕ ਆਨੰਦ ਰੂਪ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ। ਅੰਮ੍ਰਿਤ ਹਰਿ ਕਾ ਨਾਮ। ਹਰ ਉਸ ਨੇ ਅੰਮ੍ਰਿਤ ਅਮਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਜਪਿਆ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਗੁਰ ਉਪਦੇਸ਼ ਰੂਪ ਅੰਮ੍ਰਿਤ ਬਾਣੀ ਦੁਆਰਾ ਜਦੋਂ ਹਰੀ ਦਾ ਨਾਮ ਰੂਪ ਅੰਮ੍ਰਿਤ ਹਿਰਦੇ ਵਿੱਚ ਧਾਰਿਆ, ਅੰਮ੍ਰਿਤ ਹਰਿ ਕਾ ਨਾਮ, ਤਦੋਂ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਪ੍ਰਾਪਤ ਹੋਇਆ। 3 ਦਿਨ ਹੋ ਗਏ ਨੇ ਸਾਨੂੰ ਇੱਥੇ ਅਟਕਿਆ ਹੋਇਆ। ਇਹਦਾ ਕੀ ਕਾਰਨ ਹੈ? ਬੇਨਤੀ ਇਸ ਤਰ੍ਹਾਂ ਹੈ ਭਈ ਜੋ ਇਹਦੇ ਵਿੱਚ ਸਿਧਾਂਤ ਹੈ ਉਹਦੇ ਨਾਲ ਹੀ ਸਾਡੀ ਕਲਿਆਣ ਹੋਈ ਹੈ ਤੇ ਜੀਵਨ ਸਫਲ ਹੋ ਰਿਹਾ ਹੈ। ਅੰਮ੍ਰਿਤ ਰਸ ਗੁਰਬਾਣੀ ਦੀ ਸੰਥਿਆ ਕਰਨ ਤੋਂ ਉਪਰੰਤ ਨਾਲ ਨਾਲ ਸੰਥਿਆ ਨਾਲ ਨਾਲ ਕੀਰਤਨ ਸੰਪੂਰਨ ਹੋਇਆ ਤਾਂ ਉਸਤਾਦ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ ਨੇ ਬਾਂਹ ਤੋਂ ਫੜ ਕੇ ਆਖਿਆ ਵੀ ਹੁਣ ਸਿੱਧਾ ਹੋ ਜਾ। ਸੰਥਿਆ ਕਰਦਿਆਂ ਸਾਖੀਆਂ ਪੁੱਛਦਾ ਹੁੰਦਾ ਸੀ ਤੇ ਹੁਣ ਤੈਨੂੰ ਕਥਾ ਸਿਖਾਉਣੀ ਹੈ, ਸਭ ਕੁਝ ਛੱਡ ਦੇ ਤੇ ਬੰਦਾ ਬਣ ਕੇ ਇੱਕੋ ਕੰਮ ਵਾਲੇ ਪਾਸੇ ਲੱਗ ਜਾ। ਉਹ ਜਿਉਂ ਲਿਖਿਆ ਸਾਲ 2 ਸਾਲ ਲਿਖਦੇ ਹੀ ਰਹੇ। ਜਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਕਮਨਾਮਿਆਂ ਦੀ ਕਥਾ ਸੰਪੂਰਨ ਹੋਈ, ਕੰਪਿਊਟਰ ਦਾ ਜ਼ਮਾਨਾ ਆ ਗਿਆ। ਫੋਟੋ ਸਟੇਟ ਤੋਂ ਕੰਪੋਜ਼ਿੰਗ ਦੇ ਵਿੱਚ ਸਾਰੀ ਲਿਖਾਈ ਪਾ ਕੇ ਉਹਨੂੰ ਸੋਹਣੀ ਬੜੀ ਸਵਾਰ ਦਿੱਤਾ। ਫਿਰ ਸੋਚ ਆਈ ਕਿ ਫੋਟੋ ਸਟੇਟ ਕੀ ਕਰਾਉਣੀ ਹੈ, ਹੁਣ ਇਹਨੂੰ ਪ੍ਰੈਸ 'ਚ ਹੀ ਚਾੜ ਕੇ ਪੜਾ ਤੇ ਹਜ਼ਾਰਾਂ ਹੀ ਕਾਪੀਆਂ ਬਣਾ ਕੇ ਅੱਜ ਤਾਂ ਮਸਾਂ ਤਰਲੇ ਤੁਰਲੇ ਮਾਰ ਕੇ ਮਿਹਨਤ ਮਾਰ ਕੇ ਇੰਨੇ ਯਤਨਾਂ ਦੇ ਨਾਲ ਹੀ ਕੁਛ ਪ੍ਰਾਪਤ ਕੀਤਾ। ਹੁਣ ਅੱਗੇ ਹੋਰ ਕਿਸੇ ਨੂੰ ਇੰਜ ਨਾ ਕਰਨਾ ਪਏ। ਛਪੀ ਛਪਾਈ ਪੋਥੀ ਲਓ ਤੇ ਆਪਦੇ ਕਮਰੇ 'ਚ ਬੈਠ ਕੇ ਪੜ੍ਹੀ ਜਾਓ। ਹੁਣ ਤਾਂ ਹੋਰ ਵੀ ਐਡਵਾਂਸ ਜ਼ਮਾਨਾ ਹੋ ਗਿਆ, ਬਸ ਫੋਨ ਹੀ ਆਉਂਦਾ ਹੈ ਕਿ WhatsApp 'ਤੇ ਸੈਂਡ ਕਰ ਦਿਓ। 1 ਸਕਿੰਟ ਤੋਂ ਪਹਿਲਾਂ ਪੋਥੀ ਸਾਹਿਬ ਜਿਹੜਾ ਡਿਮਾਂਡ ਕਰਦਾ ਉਹਦੇ ਕੋਲ ਪਹੁੰਚ ਜਾਂਦੀ ਹੈ। ਗਿਆਨੀ ਜੀ ਆਪ ਤਾਂ USA ਚਲੇ ਗਏ, ਪੋਥੀ ਅਧੂਰੀ ਛਪਣੀ ਰਹਿ ਗਈ। ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿੰਦੇ ਇਹਦਾ ਨਾਮ ਰੱਖੋ ਸਿੰਘ ਸਾਹਿਬ। ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲਿਆਂ ਦੇ ਪਾਸ ਭੇਜਿਆ। ਉਹਨਾਂ ਨੇ ਪੋਥੀ ਦਾ ਨਾਮ ਰੱਖਿਆ ਅੰਮ੍ਰਿਤ ਰਸ।
ਤੇ ਭੂਮਿਕਾ ਤਾਂ ਕਹਿੰਦੇ ਪਹਿਲੀਓ ਹੀ ਲਿਖੀ ਬੜੀ ਸੋਹਣੀ ਹੈ। ਮੈਂ 2 ਸ਼ਬਦ ਆਪਦੇ ਵੱਲੋਂ ਲਿਖ ਦਿਨਾਂ ਦੀ ਪੋਥੀ ਛਾਪੋ ਸਤਿਨਾਮ ਵਾਹਿਗੁਰੂ ਕਿਹਾ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਜੀ ਦਾ ਆਸ਼ੀਰਵਾਦ ਲਿਆ, ਪੋਥੀ ਛਾਪਤੀ। ਸਾਲ ਬਾਅਦ ਗਿਆਨੀ ਜੀ ਬਾਹਰੋਂ ਆਏ, ਕੁਝ ਹੋਰ ਵਾਧਾ ਹੋਇਆ, 1 ਵੋਲੀਅਮ ਦੇ 2 ਬਣ ਗਏ। ਕਿਸੇ ਭਲੇ ਪੁਰਸ਼, ਚੰਗੇ ਭਲੇ ਗਿਆਨੀ ਸਿੰਘ, ਜਾਣਕਾਰ ਬੰਦੇ ਨੇ ਇਸ ਗੱਲ ਤੇ ਉਂਗਲ ਚੁੱਕੀ, ਤਰਕ ਕੀਤੀ ਵੀ ਅੰਮ੍ਰਿਤ ਰਸ ਦਾ ਕੀ ਮਤਲਬ ਹੈ, ਇਹਦਾ ਨਾਮ ਅੰਮ੍ਰਿਤ ਰਸ ਹੀ ਕਿਉਂ ਰੱਖਿਆ ਹੈ। ਮੈਂ ਕਿਹਾ ਵੀ ਹੋਰ ਤਾਂ ਕੁਛ ਹੈ ਹੀ ਨਹੀਂ, ਪੋਥੀ 'ਚ ਹੈ ਹੀ ਅੰਮ੍ਰਿਤ ਰਸ। ਭਲਾ ਇਹ ਸਵਾਲ ਹੀ ਕੀ ਹੋਇਆ ਕਿ ਨਾਮ ਕਿਉਂ ਰੱਖਿਆ। ਬਾਣੀ ਦੀ ਕਥਾ ਹੈ ਤੇ ਬਾਣੀ ਦਾ ਸਾਰੀ ਅੰਮ੍ਰਿਤ ਰੂਪ ਹੀ ਆ। ਰਸ ਦਾ ਮਤਲਬ ਜਿਹੜਾ ਇਹਦੇ ਅਰਥਾਂ ਨੂੰ ਵਿਚਾਰ ਕੇ ਮਨ ਨੂੰ ਟਿਕਾ ਲਏਗਾ, ਰਸ ਉਹਨੂੰ ਆਪਣੇ ਆਪ ਹੀ ਆਊਗਾ। ਤੇ ਦੱਸੋ ਇਹਦੇ 'ਚ ਮਾੜੀ ਗੱਲ ਕੀ ਆ। ਫਿਰ ਮਨ 'ਚ ਸੋਚ ਪੈਦਾ ਹੋਈ ਵੀ ਅੰਮ੍ਰਿਤ ਰਸ ਤੇ ਹੀ ਹੁਣ ਲਿਖਿਆ ਜਾਏ, ਵੀ ਪੋਥੀ ਦਾ ਨਾਂ ਅੰਮ੍ਰਿਤ ਰਸ ਕਿਉਂ ਰੱਖਿਆ ਹੈ। ਤੋ ਇਸ ਵਾਸਤੇ ਇਹ ਜਿਹੜੀ ਪੰਕਤੀ ਹੈ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ, ਇਹਦੇ ਨਾਲ ਮੇਰਾ ਬਹੁਤ ਜ਼ਿਆਦਾ ਗੂੜਾ ਸੰਬੰਧ ਹੈ। 10-15 ਸਾਲਾਂ ਦਾ, ਕਿਉਂਕਿ 2 ਵੋਲੀਅਮ ਤੋਂ ਬਾਅਦ ਫਿਰ ਗਿਆਨੀ ਜੀ ਦੀ ਵਿਚਾਰ ਹੋਈ, ਉਸਤਾਦ ਜੀ ਦੀ ਹੁਕਮ ਹੋਇਆ ਕਿ ਇਹਦੇ ਵਿੱਚ ਕੁਝ ਹੋਰ ਵਾਧਾ ਕੀਤਾ ਜਾਏ। ਭਾਗ ਤਾਂ ਚੌਥਾ ਹੀ ਛਾਪ ਕੇ ਸਮਾਪਤੀ ਕਰ ਦੇਣੀ ਸੀ, ਪਰ ਗੁਰੂ ਸਾਹਿਬ ਇੰਨੇ ਬੇਅੰਤ ਹਨ, ਉਹਨਾਂ ਨੇ ਇਹੋ ਜਿਹਾ ਗਿਆਨ ਖੋਲ੍ਹਿਆ, ਇਹੋ ਜਿਹੀ ਕਿਰਪਾ ਕੀਤੀ। ਪਹਿਲਾਂ 1 ਤੋਂ 2 ਭਾਗ ਹੋਏ, 2 ਤੋਂ 3 ਕਰਨੇ ਸੀ ਤੇ 3 ਦੀ ਬਜਾਏ ਬਣ ਗਏ 5। ਉਹ ਜਿਵੇਂ ਜਿਵੇਂ ਵੱਧਦਾ ਜਾਏ, ਮੈਂ ਕਿਹਾ ਜੀ ਮੈਨੂੰ ਤਾਂ ਡਰ ਲੱਗ ਰਿਹਾ ਵੀ ਇੰਨਾ ਕੁਛ ਅੱਗੇ ਚਰਿਆ ਜਾ ਰਿਹਾ। ਕਹਿੰਦੇ ਕੋਈ ਨਹੀਂ, 1 ਭਾਗ ਹੋਰ ਬਣਾ ਦਾਂਗੇ, ਚੌਥਾ ਬਣਾ ਦਾਂਗੇ। ਤੇ ਮੈਂ ਕਿਹਾ ਜੀ ਹੋਰ ਵੱਧ ਗਿਆ। ਕਹਿੰਦੇ ਕੋਈ ਨਹੀਂ, 5ਵਾਂ ਬਣਾ ਦਾਂਗੇ। ਫਿਰ ਮੈਂ ਕਿਹਾ ਹੁਣ ਸਮਾਪਤੀ ਕਰੀਏ। ਤੋ ਕਿਸੇ ਭਲੇ ਪੁਰਸ਼ ਦੀ ਤਰਕ ਹੋਈ ਕਿ ਇਹਦਾ ਨਾਮ ਅੰਮ੍ਰਿਤ ਰਸ ਕਿਉਂ ਹੈ, ਇਹਦੇ 'ਚ ਕੀ ਅੰਮ੍ਰਿਤ ਹੈ ਦੱਸੋ। ਤੇ ਉਹਨਾਂ ਨੂੰ ਮੈਂ ਬੜਾ ਸਮਝਾਇਆ, ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਅੰਮ੍ਰਿਤ ਤੋਂ ਬਗੈਰ ਹੈ ਹੀ ਕੁਛ ਨਹੀਂ, ਕੋਈ ਹੋਰ ਬੰਦਾ ਤਰਕ ਨਾ ਕਰੇ। ਇਸ ਸਵਾਲ ਦਾ ਉੱਤਰ ਦੇਣ ਲਈ 3 ਪੋਥੀਆਂ ਦੀ ਛਪਾਈ ਤੋਂ ਪਹਿਲਾਂ ਇੱਕ ਭੂਮਿਕਾ ਤਿਆਰ ਕੀਤੀ ਗਈ। ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਪ੍ਰਮਾਣ ਪ੍ਰਾਪਤ ਹੋਏ ਗੁਰਬਾਣੀ ਦੇ ਵਿੱਚੋਂ, ਜਾਂ ਜਿਵੇਂ ਜਿਵੇਂ ਯਾਦ ਆਉਂਦਾ ਗਿਆ ਤਿਵੇਂ ਤਿਵੇਂ ਉਹ ਲਿਖਦੇ ਗਏ। ਇੱਕ ਬਹੁਤ ਵੱਡਾ ਲੇਖ ਅੰਮ੍ਰਿਤ ਰਸ ਤੇ ਬਣ ਗਿਆ। ਸੋ ਇਹ ਪੰਕਤੀ ਹੁਣ ਲੜੀਵਾਰ ਕਥਾ ਦੀ ਚਲਦਿਆਂ ਚਲਦਿਆਂ ਅੰਮ੍ਰਿਤ ਰਸ ਦੇ ਸੰਬੰਧ ਵਿੱਚ ਆਈ ਹੈ। ਅੱਗੇ ਜਾਣ ਨੂੰ ਮੇਰਾ ਜੀਅ ਨਹੀਂ ਕੀਤਾ। 3 ਦਿਨ ਹੋ ਗਏ ਨੇ, ਕੱਲ ਹੁਕਮਨਾਮਾ ਵੀ ਪੜ੍ਹਿਆ। ਸੋਚ ਸੀ ਵੀ ਸ਼ਹੀਦਾਂ ਦਾ ਦਿਹਾੜਾ ਹੈ, ਅੱਜ ਕਥਾ ਨੂੰ ਅੱਗੇ ਚਲੰਤ ਕਰਕੇ ਸ਼ਹੀਦਾਂ ਬਾਬਤ ਬੋਲਾਂਗੇ, ਪਰ ਗੁਰੂ ਸਾਹਿਬ ਮਹਾਰਾਜ ਨੇ ਹੁਕਮਨਾਮਾ ਹੀ ਇਸ ਤਰ੍ਹਾਂ ਦਾ ਬਖਸ਼ਿਆ। ਉਹ ਫਿਰ ਅੰਮ੍ਰਿਤ ਰਸ ਤੇ ਹੀ ਵਿਚਾਰ ਪ੍ਰਾਰੰਭ ਹੋ ਗਈ। ਭਾਂਡਾ ਤੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ, दूध करम पुन सुरत समाइन होए निराश जमावो, जपो ता एको नामा अवर निराफल कामा, रहाओ इमन इटी हाथ करो फो नेत्रो नींद न आवे, अमृत नाम जपो तब मथी है। अमृत नाम, अमृत तो बगैर है ही कुछ नहीं। सारा अमृत नाम ठाकुर का ही पयो है गुरु ग्रंथ साहिब च। पोथियां भी उन्हां चों ही बनाईयां, आपां किहड़ा आपदे घरों बनाईयां। ਜਿਹੜੇ ਹੁਕਮਨਾਮੇ ਆਏ ਨੇ, ਕਾਮਨ ਜਿਹੇ ਹੁਕਮਨਾਮੇ ਆਉਂਦੇ ਨੇ,
ਆਮ ਹੀ ਜਿਹੜੇ ਆਉਂਦੇ ਹੁੰਦੇ ਉਹਨਾਂ ਨੂੰ ਇਕੱਠਾ ਕਰ ਕਰਕੇ ਉਹਦੀ ਵਿਚਾਰ ਦਿੱਤੀ ਹੈ। ਅਰਥ ਮਹਾਂਪੁਰਖਾਂ ਦੇ ਨੇ, ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ, ਆਪਣਾ ਤਾਂ ਕੁਛ ਵੀ ਨਹੀਂ। ਮੈਂ ਤਾਂ ਜਦੋਂ ਕਲਮ ਫੜੀ ਸੀ ਮੈਨੂੰ ਯਾਦ ਹੈ ਵੀ ਮਾਲਪੁਰ ਆਪਾਂ ਕਥਾ ਪ੍ਰੋਗਰਾਮ ਦੇ ਗੁਰਪੂਰਾ ਭੇਟਿਓ ਵਡਭਾਗੀ ਵਾਲਾ ਹੁਕਮਨਾਮਾ ਲਿਖ ਰਿਹਾ ਸੀ। ਜਦ ਨਾਨਕ ਗੁਰਪੂਰਾ ਭੇਟਿਓ ਸਗਲੇ ਦੁੱਖ ਬਨਾਸੇ, ਜਦ ਨਾਨਕ ਨਾਮ ਆਇਆ ਤੇ ਮੈਂ ਆਖਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ। ਮੈਨੂੰ ਤਾਂ ਇੰਨਾ ਨਹੀਂ ਸੀ ਪਤਾ ਵੀ ਕਥਨ ਕੌਣ ਕਰ ਰਿਹਾ। ਕਹਿੰਦੇ ਮੂਰਖ ਮੱਤ, ਕਲਮ ਤੋਂ ਫੜ ਲਈ, ਉੱਤੇ ਕੀ ਲਿਖਿਆ? ਸੋਰਠ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਲਿਖ, ਜੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਣਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਵਾਂ ਸਰੂਪ ਲਿਖ। ਇੰਨੀ ਸਮਝ ਨਹੀਂ ਸੀ। ਤੋ ਜੋ ਕੁਛ ਮਿਲਿਆ ਸੰਗਤ ਦੇ ਵਿੱਚੋਂ ਮਹਾਰਾਜ ਦੀ ਬਾਣੀ ਚੋਂ, ਇਸ ਲਈ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਅਰਥ ਨੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ, ਤੇ ਵਿਚਾਰ ਗੁਰਮਤਿ ਦੀ ਜੋ ਟਕਸਾਲ ਵਿੱਚੋਂ ਉਸਤਾਦਾਂ ਦੇ ਪਾਸੋਂ ਪ੍ਰਾਪਤ ਹੋਈ। ਫਿਰ ਅੱਗੇ ਦੀ ਅੱਗੇ ਕੁਝ ਆਪ ਵੀ ਸ਼ਬਦ ਯਾਦ ਆਉਣ ਲੱਗ ਪੈਂਦੇ। ਜਿਸ ਤਰ੍ਹਾਂ ਕੱਲ੍ਹ ਹੁਕਮਨਾਮਾ ਸੀਗਾ, ਉਹ ਪਹਿਲਾਂ ਯਾਦ ਹੀ ਨਹੀਂ ਆਇਆ ਲਿਖਣ ਲੱਗਿਆ, ਉਹ ਕੱਲ੍ਹ ਹੀ ਯਾਦ ਆਇਆ। ਇਸੇ ਤਰ੍ਹਾਂ ਹੁੰਦਾ ਭਾਂਡਾ ਕਿਛ ਨਾ ਸਮਾਵੈ, ਸਿੱਧੇ ਅੰਮ੍ਰਿਤ ਪਰੈ ਨਿਹਾਰ। ਇਹ ਪੰਕਤੀ ਦਾ ਵੀ ਅੰਮ੍ਰਿਤ ਨਾਲ ਸੰਬੰਧ ਹੈ। ਇਹ ਵੀ ਉਦੋਂ ਪਹਿਲਾਂ ਯਾਦ ਨਹੀਂ ਆਇਆ, ਉਹ ਕੱਲ੍ਹ ਹੀ ਯਾਦ ਆਇਆ। ਤੋ ਇਸ ਤਰ੍ਹਾਂ ਬਾਣੀ ਦਾ ਖਜ਼ਾਨਾ ਬੜਾ ਅਗਾਧ ਬੋਧ ਹੈ। ਜੇ ਕੋਈ ਕਹੇ ਵੀ ਅੰਮ੍ਰਿਤ ਰਸ ਕਿਵੇਂ ਹੈ, ਅੰਮ੍ਰਿਤ ਰਸ ਤੋਂ ਬਗੈਰ ਕੁਛ ਹੈ ਹੀ ਨਹੀਂ, ਗੱਲ ਤਾਂ ਆਪਦੇ ਮਨ ਦੀ ਹੈ। ਜੇ ਸਾਡਾ ਭਾਂਡਾ ਸਿੱਧਾ ਹੋਊਗਾ, ਸਾਫ਼ ਸਪਸ਼ਟ ਹੋਊਗਾ, ਤਾਂ ਹੀ ਇਹ ਜਿਹੜਾ ਨਾਮ ਅੰਮ੍ਰਿਤ ਹੈ, ਕਥਾ ਦਾ ਅੰਮ੍ਰਿਤ ਹੈ, ਕੀਰਤਨ ਦਾ ਅੰਮ੍ਰਿਤ ਹੈ, ਇਹ ਸਾਨੂੰ ਪ੍ਰਾਪਤ ਹੋਊਗਾ। ਜਿਵੇਂ ਦੋਧੀ ਕੋਲੋਂ ਦੁੱਧ ਮਿਲਦਾ ਹੈ, दूध अमृत खड़ खावे अमृत दे, दुध नूं अमृत आख्या है महाराज ने। तो इसलिए महाराज साहब सच्चे पातशाह जी की कृपा होवे तां रस आउंदा है। अमृत अते रस दो अखरां दी व्याख्या परसों दी चल रही है। अमृत मृत्यु तो रहत करन वाला प्रभु का नाम इहदे विच है, ते रस जो पढ़ पढ़ के जिस तरह उन्होंने शरदाई नूं घोटा लाईदा है, निहंग रगड़ी जाते रगड़ी जाते रगड़ी जाते, वो जिन्ना रगड़ो उन्ना ही उहदे च स्वाद मिलता है। इहो जिहड़ा शब्द है जिन्ना इहदा अभ्यास करो बार 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 बार, कोई कविता है कोई गलबात है, एक बारी कोई पढ़ के सुना देवे मन फिक्का पै जांदा, पर बारी जिन्नी बार मर्जी पढ़ो तुहानूं उन्ना वध रस आऊगा। चित चित के भोजन खाण दे नाल पचदा भी छेती है, पेट भी जल्दी भरदा ते ताकत भी मिलती है। जिहड़ा कच बलच्चा जिहा चब चुब के डंगरां वांग अंदर लगा देना, उहदे नाल पेट की खराबी भी हो जाती है, ते पचना उन्हें की है सगों बीमारी पैदा करदा। तो इसलिए चित चित के भोजन खाण की तरह जिन्हें रस लेना है, स्वाद लेना, आनंद लेना है, उन्होंने अभ्यास करना पड़ेगा। ये जिहड़ा अमृत महाराज का नाम है, गुरु प्यारी साध संगत जीओ, इहदे विचों भी इसे प्रकार रस की प्राप्ति हुंदी है। आप अपनी अवस्था के मुताबिक जिमें जिमें किसी का मन टिकिया, जिहदा मन घट टिकिया उन्होंने घट रस आउंदा, जिहदा मन वध टिक गया एकाग्रता दे विच वध रस प्राप्त हुंदा है। तो इसलिए महाराज कहंदे जिन चाखिया तिस आया साध, जिसने प्रीति रूप रसना दे नाल इस अमृत नाम बाणी दे रस नूं कथा कीर्तन नूं चख लिया, स्वाद तां उहनूं ही आया है। ते इउं हर नाम अमूला, ये हरि का नाम अमोलक है, कीमत कही ना जाई है, क्या कह मुख बोला। तो इसलिए जिन चाख्या ते साया साध, ज्यों गूंगा मन में विस्माद,
ਉਹ ਗੂੰਗੇ ਦੀ ਤਰ੍ਹਾਂ ਫਿਰ ਦੱਸ ਨਹੀਂ ਸਕਦਾ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਇਉਂ ਹਰੀ ਨਾਮ ਰਸ ਗੁਰੂ ਧਾਰਨ ਕਰਨ ਤੋਂ ਬਾਅਦ ਸੁਹਾਗਣ ਬੀਬੀਆਂ ਵਾਂਗ ਜਦ ਗੁਰਮੁਖ ਬਣ ਕੇ ਗੁਰੂ ਦੇ ਬਚਨ ਬਾਣੀ ਨੂੰ ਮੰਨੇਗਾ ਤਾਂ ਮੰਨਣ ਤੋਂ ਹੀ ਗੁਰੂ ਦੀ ਦਇਆ ਦ੍ਰਿਸ਼ਟੀ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਰਾਸੀ ਅੰਮ੍ਰਿਤ ਨਾਮ ਰਾਸੀ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਕੋਈ ਵੇ ਪ੍ਰਵਾਹ ਨ ਬੋਲਣੀ, ਹੋ ਮਲ ਮਲ ਧੋਵਾਂ ਦਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸੰਤ ਸੁਹਾਗਣ ਬੀਬੀਆਂ ਮਹਾਂਪੁਰਖਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਰਸ ਆਇਆ। ਕਿਵੇਂ ਆਇਆ ਹੈ ਉਹ ਬੋਲਦੇ ਨਹੀਂ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੱਜਣ ਸਤਿਗੁਰ ਪੁਰਖ ਹੈ, ਤੂੰ ਕੱਢੈ ਹੋ ਮੈਂ ਮਾਰ। ਉਹ ਕਹਿੰਦੇ ਤੂੰ ਗੁਰੂ ਦੇ ਚਰਨੀ ਲੱਗ ਜਾ, ਅੰਮ੍ਰਿਤ ਛਕ ਤੇ ਆ ਮਾਲਾ ਫੜ, ਵਾਹਿਗੁਰੂ ਕਰਿਆ ਕਰ, ਆਪਣੇ ਆਪ ਹੀ ਸਭ ਕੁਛ ਆ ਜਾਊਗਾ। ਰਹਾਉ ਗੁਰਮੁਖੀਆ ਸੁਹਾਗਣੀ, ਤੈਨੂੰ ਦਇਆ ਪਈ ਮਨ ਆਏ। ਉਹਨਾਂ ਦੇ ਮਨ 'ਚ ਜਦ ਦਇਆ ਆਈ ਤਾਂ ਉਹਨਾਂ ਸਤਿਗੁਰੂ ਵਚਨ ਰਤਨ ਹੈ ਆਖਿਆ ਵੀ ਗੁਰਖਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਜਿਹੜਾ ਸ਼ਬਦ ਹੈ ਇਹ ਰਤਨ ਹੈ, ਹੀਰੇ ਮੋਤੀ ਜਵਾਹਰਾਤ ਗੁਣਾਂ ਦੇ ਜੜੇ ਹੋਏ ਨੇ, ਮਨ ਦੇ ਵਿੱਚ ਵਸਾ ਪਾਈ। ਜੋ ਮੰਨੇ ਸੋ ਹਰ ਰਸ ਖਾਏ, ਜਿਹੜਾ ਮੰਨੇਗਾ ਸੋ ਹਰੀ ਨਾਮ ਰਸ ਨੂੰ ਛਕੇਗਾ। ਸੇ ਵਡ ਭਾਗੀ ਵਡ ਜਾਣੀਆ ਹੈ, ਜਿਨ ਹਰ ਰਸ ਖਾਧਾ ਗੁਰ ਭਾਏ। ਇਹੋ ਹਰ ਰਸ ਵਣ ਦਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਕੋਈ ਸਤਿਗੁਰ ਆਗੇ ਨਾ ਨਿਵੈ, ਉਹਨਾਂ ਅੰਦਰ ਕ੍ਰੋਧ ਬਲਾਏ। ਹਰ ਹਰ ਹਰਸ ਆਪ ਹੈ, ਆਪੇ ਹਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖੀ ਅੰਮ੍ਰਿਤ ਚੋਏ। ਜਿਨ੍ਹਾਂ ਨੂੰ ਆਪ ਦਇਆ ਕਰਕੇ ਵਾਹਿਗੁਰੂ ਦਿੰਦਾ, ਉਹਨਾਂ ਗੁਰਮੁਖਾਂ ਦੇ 10ਵੇਂ ਦੁਆਰ ਦੇ ਵਿੱਚੋਂ ਅੰਮ੍ਰਿਤ ਚੋਂਦਾ ਹੈ। ਸਭ ਤਨ ਮਨ ਹਰਿਆ ਹੋਇਆ, ਜਿਸ ਤਰ੍ਹਾਂ ਬੂਟੇ ਨੂੰ ਪਾਣੀ ਦਿਓ ਤੇ ਬੂਟਾ ਹਰਿਆ ਹੋ ਜਾਂਦਾ, ਇਉਂ ਮਨ ਸੁੱਕਾ ਹਰਿਆ ਹੋਇਆ। ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ। ਜਦ ਅੰਮ੍ਰਿਤ ਝਰਦਾ ਹੈ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੁਆ। ਫਿਰ ਅਟਲ ਹੋ ਜਾਂਦਾ, ਅਮਰ ਹੋ ਜਾਂਦਾ, ਫਿਰ ਮਰਦਾ ਨਹੀਂ। ਤੇ ਮਨ ਹਰਿਆ ਸ਼ੁਭ ਗੁਣਾਂ ਦੇ ਨਾਲ ਖਿੜ ਜਾਂਦਾ। ਫਿਰ ਨਾ ਰੋਟੀ ਦੀ ਲੋੜ ਹੈ, ਨਾ ਪਾਣੀ ਦੀ ਲੋੜ ਹੈ, ਨਾ ਝੋਕਾਂ ਵੱਜਦੀਆਂ, ਨਾ ਸੁਸਤੀ, ਨਾ ਗੱਲ, ਨਾ ਬਾਤ। ਬੇੜੇ ਪਾਰ ਜਿਉਂਦਿਆਂ ਹੀ ਮੁਕਤੀ ਦੀ ਪ੍ਰਾਪਤੀ। ਇਹ ਇੱਕ ਬਹੁਤ ਉੱਚੀ ਅਵਸਥਾ ਦੀ ਗੱਲ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਨਾਨਕ ਹਰਿ ਵਸਿਆ ਮਨ ਸੋਏ, ਜਿਹਦੇ ਮਨ 'ਚ ਉਹ ਹਰੀ ਦਾ ਨਾਮ ਵਸ ਗਿਆ, ਉਹਨੂੰ ਅੰਮ੍ਰਿਤ ਰਸ ਜਿਨ ਪਾਇਆ, ਤਿਰਤਾ ਕਾ ਸੁਹਾਗ। ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ, ਜਿਨ੍ਹਾਂ ਪਾ ਲਿਆ ਉਹਨਾਂ ਦਾ ਸੁਹਾਗ। ਵਾਹਿਗੁਰੂ ਪਤੀ ਅਟਲ ਹੈ, ਉਹਦੀ ਪ੍ਰਾਪਤੀ ਹੋ ਗਈ। ਸੋ ਇਹ ਖੁਦ ਪ੍ਰਮਾਤਮਾ ਆਪ ਹੀ ਦਇਆ ਕਰਕੇ ਦਿੰਦਾ, ਕਿਸੇ ਦੇ ਵਿੱਚ ਘੋਲ ਕੇ ਨਹੀਂ ਪਾਈਦਾ। ਛਬੀਲ ਦੀ ਤਰ੍ਹਾਂ ਗੁਰਮੁਖਾਂ ਦੇ ਅੰਦਰ ਇਸ ਤਰ੍ਹਾਂ ਦਾ ਝਰਨਾ ਝਰਦਾ ਨਿਜਰੋਂ, ਗੁਰਮੁਖ ਬਾਣੀ ਅਕੜ ਕੜਾਈ ਅੰਮ੍ਰਿਤ ਚੋਂਦਾ ਰਹਿੰਦਾ ਹੈ। ਜਿਵੇਂ ਸ਼ਹਿਦ ਦੇ ਛੱਤੇ ਚੋਂ ਸ਼ਹਿਦ ਚੋਂਦਾ ਹੈ, ਪਹਿਲਾਂ ਬੁੱਟਾਂ ਚੋਂ ਨਿਕਲਦਾ, ਫਿਰ ਜ਼ਬਾਨ ਤੇ ਡਿੱਗਦਾ ਰਹਿੰਦਾ, ਫਿਰ ਸੰਗ 'ਚ ਚੋਂਦਾ। ਇਹ ਪ੍ਰਤੱਖ ਇਸੇ ਤਰ੍ਹਾਂ ਹੀ ਹੈ। ਜਿਸ ਤਰ੍ਹਾਂ ਕੋਈ ਚੀਜ਼ ਖਾਧੀ ਹੋਵੇ, ਪੀਤੀ ਹੋਵੇ, ਇਉਂ ਜਾਪਦਾ ਹੈ ਕਿ ਸਭ ਰਸ ਮਿੱਠੇ ਮੁਖ ਲੱਗੇ, ਜਾਂ ਹਰ ਗੁਣ ਗਾਏ। ਕਿ ਇਹ ਜਲੇਬੀ ਖਾਧੀ ਹੈ, ਜਾਂ ਸ਼ਹਿਦ ਖਾ ਰਹੇ ਹਾਂ, ਜਾਂ ਦੁੱਧ ਪੀ ਰਹੇ ਹਾਂ। ਤੋ ਇਸ ਤਰ੍ਹਾਂ ਇਹਨੂੰ ਛਕ ਕੇ ਫਿਰ ਕਈ ਦਿਨ ਬੰਦਾ ਖੀਵਾ ਮਸਤ ਹੋਇਆ ਰਹਿੰਦਾ। ਪ੍ਰਤੱਖ ਵੀ ਭੁੱਖ ਲੱਗਣੋਂ ਹਟ ਜਾਂਦੀ
ਤੇ ਇਸੇ ਅੰਮ੍ਰਿਤ ਦਾ ਸਦਕਾ ਤਨ ਤੇ ਮਨ ਹਰਿਆ ਹੋਇਆ ਰਹਿੰਦਾ, ਖਿੜਿਆ ਰਹਿੰਦਾ, ਫੁੱਲ ਗੁਲਾਬ ਦੀ ਤਰ੍ਹਾਂ ਖੁਦ ਹਰੀ ਆਪ ਤੇ ਉਹਦਾ ਰਸ ਮਨ ਵਿੱਚ ਆ ਵਸਦਾ। ਇਹਨੇ ਇਸੇ ਨੂੰ ਹੀ ਅੰਮ੍ਰਿਤ ਰਸ ਕਹਿੰਦੇ ਨੇ। ਜੇ ਪ੍ਰਤੱਖ ਲਾਓ ਤੇ ਫਿਰ ਇਹ ਗੁਰੂ ਮਹਾਰਾਜ ਦੇ ਸ਼ਬਦ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਭਾਵਨਾ ਵੀ ਹੋਣੀ ਚਾਹੀਦੀ ਹੈ ਕਿ ਸਾਨੂੰ ਸ਼ਬਦ ਵਿੱਚੋਂ ਮਿਲੇ। ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ। ਆ ਬਾਣੀ ਦੀ ਪੰਕਤੀ ਹੈ, ਅੰਮ੍ਰਿਤ ਬਾਣੀ ਅਮਿਓ ਰਸ। ਇਹੀ ਹੈ ਨਾ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਮ। ਸੇ ਅੰਮ੍ਰਿਤ ਬਾਣੀ ਹੈ ਜਿਹਦੇ ਚ ਅੰਮ੍ਰਿਤ ਰਸ ਹੈ, ਹਰੀ ਦਾ ਨਾਮ ਅੰਮ੍ਰਿਤ ਹੈ। ਸਾਧ ਸੰਗਤ ਜੀਓ, ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਮੈਂ ਅੱਖਾਂ ਨਾਲ ਵੇਖਿਆ ਹੈ। ਕਹਿਣ ਦੀਆਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰੀ ਜਾਓ, ਪਰ ਇਹ ਪ੍ਰਤੱਖ ਵੇਖਣ ਦੀ ਗੱਲ ਹੈ। ਸਾਡੇ ਸਿੰਘਾਂ ਦੇ ਵਿੱਚ ਇੱਕ ਗਿਆਨੀ ਕੁਲਦੀਪ ਸਿੰਘ ਜੀ, ਜਿਨ੍ਹਾਂ ਦਾ ਮਾਲਪੁਰ ਦੇ ਕੋਲ ਨਗਰ ਹੈ। ਕਈ ਵਾਰ ਮੈਂ ਉਹਨਾਂ ਨੂੰ ਕਹਿਣਾ, ਮੈਂ ਕਿਹਾ ਵੀ ਤੁਸੀਂ ਛੇਤੀ ਕਰਿਆ ਕਰੋ, ਸੰਗਤਾਂ ਵਿਚਾਰੀਆਂ ਖੜੀਆਂ ਰਹਿੰਦੀਆਂ ਨੇ, 5-5 ਘੰਟੇ ਖੜਨਾ ਔਖਾ ਹੋ ਜਾਂਦਾ। ਫਿਰ ਕਈ ਦੂਰ ਤੋਂ ਆਉਂਦੇ ਨੇ, 50-50 ਕਿਲੋਮੀਟਰ ਤੋਂ, ਉਹਨਾਂ ਲਈ ਘਰ ਵਾਪਸ ਮੁੜਨਾ ਔਖਾ ਹੋ ਜਾਂਦਾ। ਤੇ ਅੰਮ੍ਰਿਤ ਸੰਚਾਰ ਥੋੜ੍ਹਾ ਫਾਸਟ ਜਲਦੀ ਕਰਿਆ ਕਰੋ। ਪਰ ਉਹਨਾਂ ਨੂੰ ਕੋਈ ਮਤਲਬ ਨਹੀਂ, ਕਾਹਲੀ ਨਾਲ ਜਿਉਂ ਲੱਗਣਾ ਹੌਲੀ 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 5-5 6-6 ਘੰਟੇ ਕਰਨ ਵੇਲੇ ਆਪਾਂ 3 ਘੰਟਿਆਂ 'ਚ ਵੀ ਕਰ ਦਿੰਦੇ, ਨਹੀਂ ਤਾਂ 4-4.5 ਘੰਟਿਆਂ 'ਚ ਨਾਰਮਲ ਅੰਮ੍ਰਿਤ ਸੰਚਾਰ ਹੋ ਜਾਂਦਾ। ਪਰ ਉਹਨਾਂ 5.5 ਘੰਟੇ 6 ਘੰਟੇ ਲਾ ਦੇਣੇ। ਜਦ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ, 1999 ਦੀ ਗੱਲ ਹੈ। ਸਾਡੇ 5 ਜਥੇ ਬਣੇ, 5 ਪਿਆਰਿਆਂ ਦੇ, ਤੇ ਸਾਰਿਆਂ ਨੂੰ ਇੱਕ ਤਾਂ ਲਾਜ਼ਮੀ, ਨਹੀਂ ਤਾਂ 2-2 ਹਰੇਕ ਦਿਨ ਅੰਮ੍ਰਿਤ ਸੰਚਾਰ ਕਰਨੇ ਪੈਂਦੇ। ਉਹ ਗਿਆਨੀ ਕੁਲਦੀਪ ਸਿੰਘ ਜੀ ਸਭ ਤੋਂ ਪਹਿਲਾਂ ਉੱਥੇ ਕਿਰਪਾ ਹੋਈ। ਕੋਈ ਬਠਿੰਡੇ ਜ਼ਿਲ੍ਹੇ 'ਚ ਨਗਰ ਸੀਗਾ, ਤੋਂ ਪਹਿਲੀ ਵਾਰ ਉੱਥੇ ਮਹਾਰਾਜ ਦੀ ਬਖਸ਼ਿਸ਼ ਹੋਈ। ਅੰਮ੍ਰਿਤ ਸੰਚਾਰ ਕਰਦਿਆਂ ਹੋਇਆਂ ਇੰਨਾ ਪਿਆਰ, ਇੰਨਾ ਮਨ ਦਾ ਟਿਕਾਓ ਕਿ ਕੰਧਾਂ ਦੇ ਵਿੱਚੋਂ ਅੰਮ੍ਰਿਤ ਚੋਣ ਲੱਗ ਪਿਆ। ਫਿਰ ਜਿੱਥੇ ਵੀ ਅੰਮ੍ਰਿਤ ਸੰਚਾਰ ਕਰਨਾ, ਹਰੇਕ ਜਗ੍ਹਾ ਦੀ ਅੰਮ੍ਰਿਤ ਚੋਣ ਲੱਗ ਪੈਣਾ। ਬਾਟਾ ਦਾ ਤਿਆਰ ਹੋਣਾ ਹੀ ਹੋਣਾ। ਇੰਨੇ ਪਿਆਰ ਨਾਲ ਉਹਨਾਂ ਬਾਣੀ ਪੜ੍ਹਨੀ, ਪ੍ਰਚਾਰ ਕਰਨਾ ਕਿ ਕੰਧਾਂ ਦੇ ਵਿੱਚੋਂ ਤੁਪ ਕੇ ਸੰਗਤਾਂ ਨੇ ਜ਼ਬਾਨ ਲਾ ਕੇ ਉਹਨਾਂ ਨੂੰ ਚੱਟਣਾ ਤੇ ਉਹ ਅੰਮ੍ਰਿਤ ਹੋਣਾ। ਕਾਫੀ ਗੱਲ ਪ੍ਰਸਿੱਧ ਹੋ ਗਈ। ਫਿਰ ਮਹਾਂਪੁਰਖਾਂ ਨੇ ਰੋਕਿਆ, ਆਖਿਆ ਵੀ ਕਲਯੁਗ ਦਾ ਸਮਾਂ ਹੈ ਤੇ ਹਰੇਕ ਜਗ੍ਹਾ ਤੇ ਇਸ ਤਰ੍ਹਾਂ ਨਾ ਕਰਿਆ ਕਰੋ। ਕਹਿੰਦੇ ਵੀ ਮਹਾਰਾਜ ਦੀ ਕਿਰਪਾ, ਹੁਣ ਆਪਾਂ ਤਾਂ ਕੁਛ ਵੀ ਨਹੀਂ ਕਰਦੇ। ਮੈਨੂੰ ਯਾਦ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੀ ਦਾ ਪ੍ਰੋਗਰਾਮ ਸਾਲ ਬਾਅਦ ਇੱਧਰ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ, ਜਲੰਧਰ ਤੋਂ ਹੁਸ਼ਿਆਰਪੁਰ ਉਸ ਇਲਾਕੇ ਦੇ ਵਿੱਚ ਇੱਕ ਨਗਰ ਦੇ ਵਿੱਚ ਹਰ ਸਾਲ ਜਥਾ ਜਾਂਦਾ। ਉਹਦਾ ਹੁਣ ਮੈਨੂੰ ਨਾਮ ਵਿਸਰ ਗਿਆ। ਗਿਆਨੀ ਅਮਰਵੀਰ ਸਿੰਘ ਜੀ ਉੱਥੇ ਕਥਾ ਕਰਦੇ ਸਨ। ਜਥੇ ਦੀ ਮਰਿਆਦਾ ਹੈ ਕਿ ਜਦ ਕਥਾ ਦੀ ਅਸੀਂ ਸਮਾਪਤੀ ਕਰਦੇ ਹਾਂ ਤਾਂ ਅੰਮ੍ਰਿਤ ਸੰਚਾਰ ਜ਼ਰੂਰ ਕੀਤਾ ਜਾਂਦਾ, ਤਾਂ ਕਿ ਪਤਾ ਚੱਲੇ ਕਿੰਨਿਆਂ ਦਾ ਭਲਾ ਹੋਇਆ, ਕਿੰਨਿਆਂ ਤੇ ਅਸਰ ਹੋਇਆ, ਰਿਜ਼ਲਟ ਕੀ ਨਿਕਲਿਆ। ਉਹ ਕਥਾ ਕਰਦਿਆਂ ਉਹਨਾਂ ਕਿਤੇ ਅਨਭੋਲ ਹੀ ਇਹ ਗੱਲ ਸੁਣਾ ਦਿੱਤੀ ਕਿ ਟਕਸਾਲ ਦੇ ਸਿੰਘ ਅੰਮ੍ਰਿਤ ਸੰਚਾਰ ਕਰ ਰਹੇ ਸੀ ਫਲਾਣੇ ਨਗਰ 'ਚ, ਤੇ ਕੰਧਾਂ 'ਚੋਂ ਅੰਮ੍ਰਿਤ ਚੋਣ ਲੱਗ ਪਿਆ। ਇੱਕ ਭਲਾ ਪੁਰਸ਼ ਜੋ ਸੀ ਕਥਾਵਾਚਕੀ, ਪਰ ਪੜ੍ਹਿਆ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਸੀ, ਜਿਹਨੂੰ ਤਰਕਸ਼ੀਲ ਸੁਸਾਇਟੀ, ਸਾਡਾ ਮਹਿਕਮਾ ਥੋੜਾ ਤਰਕਸ਼ੀਲ ਵਾਲਾ ਹੈ। ਅਨਪੜ੍ਹ ਬੰਦਾ ਦਾ ਜੋ ਕਹੋਗੇ ਮੰਨ ਲਊਗਾ, ਪੜ੍ਹਿਆ ਲਿਖਿਆ ਉਹਨੂੰ ਮਨਾਉਣਾ ਬੜਾ ਔਖਾ ਹੈ। ਤੋ ਇਸ ਵਾਸਤੇ ਉਹ ਕਹਿੰਦਾ ਮੈਂ ਤਾਂ ਨਹੀਂ ਮੰਨਦਾ। ਗਿਆਨੀ ਅਮਰਵੀਰ ਸਿੰਘ ਜੀ ਹੁਣ ਨਿਊਯਾਰਕ ਨੇ, ਅਮਰੀਕਾ ਦੇ ਵਿੱਚ, ਕਹਿੰਦੇ ਨਹੀਂ ਮੰਨਦਾ ਤੇ ਨਾ ਮੰਨ ਭਾਈ,
ਆਪਾਂ ਲੈਣਾ ਵੀ ਕੀ ਤੈਨੂੰ ਮਨਾ ਕੇ, ਕਿ ਜੋ ਕੁਛ ਹੋਇਆ ਮੈਂ ਤਾਂ ਦੱਸ ਦਿੱਤਾ, ਤੇਰੀ ਆਪ ਦੀ ਮਰਜ਼ੀ ਹੈ। ਪਰ ਹੋਇਆ ਜ਼ਰੂਰ ਹੈ, ਕੰਧਾਂ 'ਚੋਂ ਅੰਮ੍ਰਿਤ ਚੋਇਆ ਹੈ ਤੇ ਅੱਗੇ ਤੇਰੀ ਖੁਸ਼ੀ ਹੈ। ਉਹ ਕੁਦਰਤੀ ਕਿਰਪਾ ਵਾਹਿਗੁਰੂ ਦੀ, ਕੁਦਰਤ ਭਗਵਾਨ ਦੀ। ਜਦ ਉੱਥੇ ਅੰਮ੍ਰਿਤ ਸੰਚਾਰ ਹੋਇਆ ਕਥਾ ਦੀ ਸਮਾਪਤੀ ਤੇ ਅਖੀਰਲੇ ਦਿਨ, ਤੇ ਜਦ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਉੱਥੇ ਵੀ ਕੰਧਾਂ 'ਚੋਂ ਅੰਮ੍ਰਿਤ ਨਿਕਲ ਆਇਆ। ਉਹਨੂੰ ਫਿਰ ਫੜ ਕੇ ਲਿਆਂਦਾ ਗਿਆਨੀ ਜੀ ਨੇ, ਕਹਿੰਦੇ ਆ ਭਾਈ ਤੂੰ ਕਹਿੰਦਾ ਮੈਂ ਮੰਨਦਾ ਨਹੀਂ ਨਾ, ਆ ਹੁਣ ਵੇਖ, ਆ ਜ਼ਬਾਨ ਲਾ, ਆ ਜਿਹੜੇ ਤੁਬਕੇ ਨੇ ਜਿਸ ਤਰ੍ਹਾਂ ਸਲਾਬ ਆਈ ਹੁੰਦੀ ਆ, ਇਹਨੂੰ ਚੱਕ ਕੇ ਵੇਖ। ਜਦ ਉਹਨੇ ਚੱਕਿਆ ਸੱਚਮੁੱਚ ਉਹ ਮਿਠਾਸ ਵਾਲੇ ਸੀਗੇ। ਉਹਦਾ ਅਸੀਂ ਖਾਲਸਾ ਜੀਵਨ 'ਚ ਸਾਖੀਆਂ ਪੜ੍ਹਦੇ ਰਹੇ ਹਾਂ ਵੀ ਮਹਾਂਪੁਰਖ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਜ਼ਬਾਨ 'ਚ ਇੰਨਾ ਰਸ ਸੀਗਾ। ਕੋਈ ਬ੍ਰਹਮ ਗਿਆਨੀ ਸੰਤ, ਬਾਣੀ ਤਾਂ ਹੈ ਰਸਮਈ ਹੈ, ਗੱਲ ਤਾਂ ਪੜ੍ਹਨ ਦੀ ਤਰੀਕੇ ਦੀ ਹੈ, ਪਰਫਾਰਮੈਂਸ ਦੀ, ਆਪਦੀ ਅਵਸਥਾ ਦੀ ਹੈ, ਮਨ ਦੇ ਟਿਕਾਓ ਦੀ ਹੈ। ਜਦੋਂ ਪਰਫਾਰਮੈਂਸ ਦਿੰਦੇ, ਕਥਾ ਸੁਣਾਉਂਦੇ, ਕਥਾ ਸੁਣਦਿਆਂ ਹੀ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਵੱਲ ਖਿੱਚੇ ਆਏ ਸਨ ਤੇ ਬੋਪਾ ਰਾਏ ਇੱਕ ਵਾਰ ਕਥਾ ਕਰ ਰਹੇ ਸੀ ਤਾਂ ਚੰਦੋਏ ਦੇ ਉੱਪਰ ਬੁੱਕ ਪਰ ਅੰਮ੍ਰਿਤ ਜਮ੍ਹਾਂ ਹੋ ਗਿਆ। ਇਹ ਸਾਖੀ ਕਿਤਾਬਾਂ 'ਚ ਖਾਲਸਾ ਜੀਵਨ 'ਚ ਲਿਖੀ ਹੋਈ ਹੈ, ਪਰ ਆ ਤਾਂ ਪ੍ਰਤੱਖ ਵੇਖਣ ਦੀਆਂ ਗੱਲਾਂ ਨੇ। ਕਹਿੰਦੇ ਹੁਣ ਦੱਸ ਭਾਈ ਮੰਨਦਾ ਕਿ ਨਹੀਂ ਮੰਨਦਾ? ਕਹਿੰਦਾ ਹਾਂ ਗੱਲ ਸਹੀ ਹੈ। ਤੇ ਇਸ ਲਈ ਗੁਰਦੁਆਰੇ ਸਭ ਕੁਝ ਹੈ। ਇਹ ਗੱਲ ਵੱਖਰੀ ਹੈ ਵੀ ਸਾਨੂੰ ਕੁਝ ਦਿਖੇ ਜਾਂ ਨਾ ਦਿਖੇ, ਪ੍ਰਾਪਤ ਹੋਵੇ ਜਾਂ ਨਾ ਹੋਵੇ। ਨਿਜ ਕਰ ਜਾਏ ਅੰਮ੍ਰਿਤ ਰਸ ਪੀਆ, ਅਸੀਂ ਭੱਜੇ ਬਾਹਰ ਫਿਰਦੇ ਹਾਂ, ਕਦੀ ਆਏ ਹੀ ਨਹੀਂ ਅੰਦਰ। ਅੰਦਰ ਵੜਾਂਗੇ ਤਾਂ ਹੀ ਕੁਛ ਮਿਲੂਗਾ। ਬਿਨ ਨੈਣਾ ਜਗਤ ਨਿਹਾਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੇ ਰਸ ਵਿਚਾਰੇ। ਪੀਮਨਾ ਜਿਤ ਮਨ ਆਗਾਵੇ, ਨਾਮ ਅੰਮ੍ਰਿਤ ਰਸ ਪੀਮਨਾ। ਨੌ ਦਰਵਾਜ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਈਜੈ। ਅਨਹਦ ਸ਼ਬਦ ਦਸਮ ਦੁਆਰ ਵਜਿਓ, ਤੇ ਅੰਮ੍ਰਿਤ ਨਾਮ ਚੁਆਇਆ ਥਾ। ਲੋਕ ਹੈੱਡਫੋਨ ਲਾਉਂਦੇ ਨੇ ਕਿ ਸਾਨੂੰ ਸੰਗੀਤ ਸੁਣਦਾ ਰਹੇ, ਕਾਹਤੋਂ? ਉਹਦੇ 'ਚ ਰਸ ਹੈ। ਤੇ ਪਰ ਗੁਰਮੁਖਾਂ ਨੂੰ ਜਿਨ੍ਹਾਂ ਦੀ ਕਿਰਪਾ ਹੋਈ, ਹੈੱਡਫੋਨ ਦੀ ਲੋੜ ਹੀ ਨਹੀਂ। ਹੈੱਡਫੋਨ ਦੀ ਤਰ੍ਹਾਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ। ਦਸਵੇਂ ਦੁਆਰ ਦੇ ਵਿੱਚੋਂ ਜਦ ਮਹਾਰਾਜ ਦਾ ਨਾਮ ਸੁਣਦਾ, ਉਹਦੇ ਵਿੱਚੋਂ ਅੰਮ੍ਰਿਤ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਤੋੜ ਨਾਹੀ ਮਨ ਤ੍ਰਿਸ਼ਨਾ ਬੁਝੀ, ਉਹ ਫਿਰ ਘਟਦਾ ਨਹੀਂ ਹੈ, ਵੱਧਦਾ ਤੁਰਿਆ ਜਾਂਦਾ ਤੇ ਮਨ ਦੀ ਤ੍ਰਿਸ਼ਨਾ ਬੁਝ ਜਾਂਦੀ ਆ ਸੁਣ ਸੁਣ ਕੇ, ਪੀ ਪੀ ਕੇ। ਅਖੁੱਟ ਭੰਡਾਰ ਸਮਾਇਆ ਥਾ, ਇਹ ਭੰਡਾਰਾ ਇੰਨਾ ਅਖੁੱਟ ਹੈ ਕਿ ਉਹ ਦਾਤੇਗਾ ਖੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋਲ। ਭਰੇ ਭੰਡਾਰੇ ਅਖੂਟ ਅਦੋਲ, ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਵੇ ਵੱਧ ਹੋ ਜਾਈ। ਸੋ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੇ ਰਸ ਵਿਚਾਰੇ। ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ, ਹੋਏ ਪਾਵੇ ਮੋਖ ਦੁਆਰੇ। ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਤੈ ਆਨੰਦ ਸ਼ਬਦ ਵਜੈ ਧੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਸਹਿਜੇ ਸਹਿਜੇ ਹੌਲੀ ਹੌਲੀ ਸੰਗੀਤਮਈ ਧੁਨੀ ਵਾਹਿਗੁਰੂ ਨਾਮ ਦੀ ਪ੍ਰਗਟ ਹੁੰਦੀ ਹੈ ਤੇ ਉਹਦੇ ਵਿੱਚੋਂ ਅੰਮ੍ਰਿਤ ਰਸ ਦਾ ਝਰਨਾ ਝਰਦਾ ਹੈ। ਨਗਰੀ ਇੱਕ ਨੌ ਦਰਵਾਜੇ, ਧਾਵਤ ਬਰਜ ਰਹਾਈ। ਤ੍ਰਿਕੁਟੀ ਛੂਟੈ, ਭਰਵੱਟਿਆਂ ਦੇ ਵਿਚਕਾਰ ਦੀ ਜਗ੍ਹਾ ਤ੍ਰਿਕੁਟੀ ਜਦ ਛੁੱਟਦੀ ਹੈ, ਦਸਵਾਂ ਦਰ ਖੁੱਲ੍ਹੈ ਤਾਂ ਮਨ ਖੀਵਾ ਭਾਈ। ਤਾਂ ਉਹਦੇ 'ਚ ਮਨ ਦਸਵੇਂ ਦੁਆਰ ਪਹੁੰਚ ਕੇ ਖੀਵਾ ਮਸਤ ਹੋ ਜਾਂਦਾ, ਸ਼ਰਾਬੀ ਹੋ ਜਾਂਦਾ। ਸਿਵਤੀ ਰਤਾ ਸਦ ਬੈਰਾਗੀ, ਜੂਐ ਜਨਮ ਨ ਹਾਰੈ। ਕਹੋ ਨਾਨਕ ਸੁਨ ਭਰਤਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਰਾਬ ਨਹੀਂ ਪੀਤੀ। ਮੈਨੂੰ ਮਾਫ ਕਰਨਾ, ਅੱਜ ਵੀ ਜੇ ਮੈਂ ਸ਼ਰਾਬ ਦੇ ਟੌਪਿਕ 'ਤੇ ਬੋਲਾਂ ਤਾਂ ਮੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੱਤਾ ਜਾਊਗਾ। ਕੀ ਕਾਰਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਦੇ ਮੁੰਡੇ ਕੁੜੀਆਂ ਦੇ ਵਿਆਹ 'ਤੇ ਸਾਨੂੰ ਵਰਤਾਉਣੀ ਪੈਂਦੀ ਹੈ, ਨਹੀਂ ਛੱਡ ਸਕਦੇ, ਦੁਨੀਆ ਗੁੱਸਾ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਹੀ ਸ਼ਰਾਬ ਨਹੀਂ ਪੀਤੀ। ਜਿੰਨੇ ਸੰਤ ਸਾਧੂ ਅੱਜ ਤੱਕ ਹੋਏ ਨੇ ਜਾਂ ਜਿੰਨੇ ਵੀ ਹਿੰਦੂ ਮਤ ਦੇ
भावें मंदिर च ने जां कोई मसीत च मौलवी है, कोई भी है, सब नशे पत्ते करते हैं। कोई बीड़ी पींदा, कोई तंबाकू, कोई जरदा, कोई खैनी, कोई सुखा घोट पीवी जा रहा। तो शराब नूं कहंदे पंज रत्नी है। सच्चे पातशाह ने आपदे सिखां नूं रोकिया है। कलगीधर जी ने ਅੰਮ੍ਰਿਤਧਾਰੀਆਂ ਨੂੰ इस तो विवर्जित किया है। बाणी में किते आग्या नहीं किसी भी नशे पत्ते की। मेरे कहने तो मुराद है भी जोगी शराब पींदे हुंदे सी, उन्हां शराब का प्याला गुरु नानक साहब नूं दिता। जिस तरह प्राहुणा आईदा ते आपां प्राहुणे नूं मुर्गा ते शराब का प्याला भेट करके पार्टी करी दी सी। घरां 'च इसी तरह हुंदा सीगा कि अज प्राहुणे आए ने ते चलो पीओ खाओ। जे कोई ना देवे आखे जी वह खांदा ही नहीं है, ਉਹਦੇ ਘਰ ਕੀ ਜਾਣਾ। ना पीण खाण वाले नूं कहंदे भी ये खांदा पींदा ही नहीं है, मतलब रोटी नूं कोई समझदा ही नहीं। आखे तुहाडे घर की आउणा, वध तो वध चौल बना लोगे, यही है साडा भोजन, दही चौल। तो इसलिए गुरु नानक साहब प्राहुणे गए तो उन्हें शराब का प्याला दिता। मारे कहंदे हे भरथर जोगी मैं शराब नहीं पींदा, मेरी बेनती है, मैं तो सिफती रता साध वैरागी। महाराज की सिफत ही शराब के विच वैरागी होया। जूआ जन्म ना हार है, तू भी ये लग तो जन्म जूआ च ना हार। विषया नशिया के विच कहो नानक सुन भरथर जोगी खीवा अमृत धार है। अमृत की धार जिन्हों मिल गई वो कौड़ी शराब वाल मूँह क्यों करूगा। भाई दसो, अस तो अमृत नाम भी के अलमस्त होए हाँ। बाबर ने 7 मुठा भंग दियां गुरु नानक साहब नूं भेटा कीतियां। मारे कहंदे बाबर असीं भंग पीने साध नहीं आ भी घोट घोट पीवी जाओ, कहंदे समाधि बड़ी लगदी है। सच्चे पातशाह कहंदे चौकड़ा आपदी भंग पुंगा पानी पीनी, भाव तेरा भांग खलड़ी मेरा चीत। ऐसा उपदेश दिता। उन्हें राज भाग की डिमांड की, गुरु जी ने बख्शिश की। सो गुरुद्वारे शराब नहीं है, कबाब नहीं है। गुरुद्वारे साध मुरादा दाल फुलका है गुरु के लंगर ते अमृत का रस है। कड़ा प्रसाद प्रतख महाराज ने अमृत रस दिता। तो बाणी का है, नाम का है, कथा का है, कीर्तन का है। अमृत रस हर गुर ते पिया, हर पैनन नाम भोजन थिया। नाम रंग नाम जोज तमासे, नौ नानक कीने भोगा जियो। अमृत जिना चखाए ओण, रस आया सहज सुभाए। सच्चा वे परवाहो है, तिसनु तिल ना तुम आए। अमृत सच्चा बरसदा, गुरुद्वारे बारिश पैंदी है अमृत नाम दी, अमृत बरसदा है। गुरमुखा मुख पाए। जिस तरह बबीहा प्रियो प्रियो करे जल नित प्रेम प्यार, जदों मूँह खोल के रखदा ते प्रियो प्रियो करदा तां ओहदे दिमाग के विच उपर 10वें द्वार च एक शेक हुंदा। वो सिर दे विच जद स्वांति बूंद पैंदी है तो वह तृप्त हो जाता। क्यों जिन्ना आपदे अंतःकरण मुख खोल के रखे ने उन्हां दे महाराज दिल और दिमाग के उपर आपदे नाम की बूंद की किरपा करदा। ते जद नाम अमृत की स्वांति बूंद बख्शदा फिर जन्मां जन्मांतरां दी त्रेह मिट जाती। ये गुरुद्वारे वरसदा है। ते गुरमुखा मुख पाए, मूँह दे विच गुरमुखां दे पैंदा। बन सदा हरि आवला, सहजे हर गुण गाई रहाओ। इसी तरह अमृत रस साची अमृत बोली, गुर पूरा अमृत लीचै जियो। अमृत रस हर पाया, बिखिया रस फीके राम। राम कली बाणी बेणी जियो की, एक ओंकार सतगुर प्रसाद। एड़ा पिंगला नक दियां सजियां खबियां सुरां, एक सूरज दी एक चंद्रमा दी, एक एड़ा एक पिंगला। और सुखमना भरवटियां दे विचकार दी नाड़ी जिहड़ी उपर नूं जांदी है। 3 बसै कठाई, बेणी संगम तै विराग। मन मज्जन करे ते थाई, भरवटियां दे विचकार इन्हां दा संयम है। तरबेणी की तरह मन उत्थे इशनान करता है, जिहड़ा टकाउंदा उतों ही अगे उपर नूं चढ़दा। संत हो तां निरंजन राम है। मत्थे दे विच
ਸੋ ਨਿਰੰਜਨ ਦਾ ਰਾਮ ਹੈ, ਨਿਰੰਜਨ ਦਾ ਰਾਮ ਨਾਮ ਹੈ। ਤੋ ਜਿਸ ਤਰ੍ਹਾਂ ਅਭਿਆਸ ਕਰਦਾ ਤਿਵੇਂ ਤਿਵੇਂ ਕਿਰਪਾ ਹੁੰਦੀ, ਖੁੱਲ੍ਹਦਾ ਹੈ ਗਿਆਨ। ਗੁਰ ਗਮ ਚੀਨੈ ਬਿਰਲਾ ਕੋਏ, ਤਾਂ ਨਿਰੰਜਨ ਰਮਈਆ ਹੋਏ ਰਾਵ। ਦੇਵ ਸਥਾਨੈ ਕਿਆ ਨੀਸਾਣੀ, ਤੈ ਬਾਜੇ ਸ਼ਬਦ ਅਨਾਹਦ ਬਾਣੀ। ਸੋ ਤ੍ਰਿਕੁਟੀ ਛੂਟੈ ਦਸਵਾਂ ਦਰ ਖੂਲੈ, ਦਸਵੇਂ ਦਵਾਰ ਦੇ ਵਿੱਚ ਅਨੰਦ ਬਾਣੀ ਸ਼ਬਦ ਦੇ ਵਾਜੇ ਵੱਜਦੇ। ਤੈ ਚੰਦ ਨ ਸੂਰਜ ਪੌਣ ਨ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਉਪਜੈ ਗਿਆਨ ਦੁਰਮਤ ਸੀਜੈ, ਅੰਮ੍ਰਿਤ ਰਸ ਗਗਨ ਅੰਤਰ ਬੀਜੈ। ਉੱਥੇ ਹੀ ਗਿਆਨ ਪੈਦਾ ਹੁੰਦਾ, ਦੁਰਮਤ ਨਾਸ਼ ਹੁੰਦੀ ਹੈ। ਅੰਮ੍ਰਿਤ ਰਸ ਜਿਹੜਾ ਹੈ ਗਗਨ ਅੰਤਰ, ਗਗਨ ਅੰਤਰ ਆਕਾਸ਼ੋਂ ਹੀ ਪਤਾ ਨਹੀਂ ਕਿੱਥੋਂ ਆਉਂਦਾ ਹੈ, ਉਹਦੇ 'ਚ ਮਨ ਭਿੱਜ ਜਾਂਦਾ। ਇਸ ਕਲਾ ਜੋ ਜਾਣੈ ਭਿਓ, ਭੇਟੈ ਤਾਸ ਪਰਮ ਗੁਰ ਦਿਓ। ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਉਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਤੀ। ਜਾਗਤ ਰਹਿ ਸੋ ਕਬੋ ਨਾ ਸੋਵੈ। ਇਹ ਉਹਨਾਂ ਨੂੰ ਮਿਲਦਾ ਜਿਹੜੇ ਜਾਗਦੇ ਰਹਿੰਦੇ, ਕਦੀ ਸੌਂਦੇ ਨਹੀਂ। ਤੀਨ ਤਲੋਕ ਸਮਾਧ ਪਲੋਵੈ, ਬੀਜ ਮੰਤਰ ਲੈ ਹਿਰਦੈ ਰਹਿ। ਜੋ ਵਾਹਿਗੁਰੂ ਬੀਜ ਮੰਤਰ ਹੈ ਉਹਨੂੰ ਹਿਰਦੇ 'ਚ ਸਾਂਭ ਕੇ ਰੱਖਦੇ ਨੇ, ਜਾਪ ਜਪਦੇ ਰਹਿੰਦੇ। ਮਨੁਆ ਉਲਟ ਸੁਨ ਮੈਂ ਗਾਹੈ, ਉਲਟ ਕੇ ਮਨ ਸੰਕਲਪਾਂ ਵਿਕਲਪਾਂ ਤੋਂ ਅਫੁਰ ਸਮਾਧੀ 'ਚ ਚਲ ਜਾਂਦਾ। ਅੱਖਾਂ ਖੁੱਲੀਆਂ ਜਾਗਦਿਆਂ ਵੀ ਲੱਗੀ ਰਹਿੰਦੀ ਹੈ ਸਮਾਧੀ। ਜਾਗਤ ਰਹਿ ਨਾ ਅਲੀਆ ਭਾਖੈ, ਪੰਚੋਂ ਇੰਦਰੀ ਬਸ ਕਰ ਰੱਖੈ। ਜਿਹਨੇ ਆਪਦੇ ਇੰਦਰੀਆਂ ਨੂੰ ਨਹੀਂ ਰੋਕਿਆ, ਰੱਬ ਨੂੰ ਕਿੱਥੋਂ ਪਾਊਗਾ। ਅੱਖਾਂ ਹੱਥ ਪੈਰ ਕੰਨ ਨੱਕ ਮੂੰਹ ਨੂੰ ਰੋਕ ਕੇ ਮਹਾਰਾਜ ਦੇ ਸ਼ਬਦ ਚਲਾਉਣਾ। ਗੁਰ ਕੀ ਸਾਖੀ ਰੱਖੈ ਚੀਤ, ਤੇ ਗੁਰਾਂ ਦੀ ਗਵਾਹੀ ਜੋ ਸ਼ਬਦ ਵਾਲੀ ਹੈ ਉਹਨੂੰ ਚਿੱਤ 'ਚ ਚੱਲਦਾ ਰੱਖੇ, ਉਹਦੇ ਆਸਰੇ ਹੀ ਜਾਣਾ ਹੈ। ਮਨ ਤਨ ਅਰਪੇ ਕ੍ਰਿਸ਼ਨ ਪ੍ਰੀਤ, ਜਿਹਦੇ 'ਚ ਕ੍ਰਿਸ਼ਨ ਆ, ਕ੍ਰਿਸ਼ਤਾ ਹੀ ਨਹੀਂ, ਉਸ ਵਾਹਿਗੁਰੂ ਦੀ ਪ੍ਰੀਤੀ 'ਚ ਮਨ ਤਨ ਅਰਪ ਦੇਵੇ। ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨ ਜੂਐ ਹਾਰੇ। असुर नदी का बंदे मूल पच्छम फिर चढ़ावे सूर। अजर जरै सो निजर चरै जगन्नाथ स्यों गोष्ठ करै। चौमुख दीवान जोत द्वार पलु अनंद मूल विचकार। सर्व कला ले आपे रहै मन मानक रत्न मह गुह। मस्तक पद्म द्वाले मणि। पद्म दी तरह मत्था चमकदा है, मत्थे च पद्म जिस तरह पैरों च पद्म गुरु अमरदास जी दे तकिया सी। ये महाराज दा नाम ही पद्म है। दुआले मणि शुभ गुणा दियां मणि आले दुआले। माहि निरंजन तेरे भवन धनी। पंच शब्द निरमाए लुबाजे टुल के चवर संख घन गाजे। उथे चौर चुलदा है संख बजदे ने। दलमल दैतो गुरमुख ज्ञान बेणी जाचै तेरा नाम। उचारण करो जी सतनाम श्री वाहिगुरू। गल्लां करनो जिन्नियां मर्जी करी जाओ, सारी दिहाड़ी भावें लगे रहो, 10 दिन इत्थे तुरे फिरो, पर गल उदों बनदी है जदों वाहिगुरू वाहिगुरू असीं खुद आप करदे हां। सो मैं बेनती कर रहा सी, अमृत रस पोथी दा नाम रखिया क्योंकि उहदे च आत्मक रस प्राप्त कराउण वाली गुरु की बाणी, जिस बारे केवल ब्रह्म ज्ञानी ही जानदा। साडे वर्गे दुनियावी पुरखां नूं की पता जिहड़े 4 अखर पढ़ के केवल माया दे गुजारे वास्ते ही प्रचार करदे ते सिखदे। सो ब्रह्म ज्ञानी सगल की रीना। असीं बाणी पढ़दे हां, कथा करदे हां, पर महापुरखां साली वाले बाबा जी बाबा ठाकुर सिंह साहब ने सारी उम्र कथा नहीं कीती, ना कोई उन्हां दे बाणी दे बोल सुने। वो बाणी कमाउंदे ने, कथा नूं मन च वसा के रखदे ने। असीं बोलदे हां, सुनदे सुनाउंदे हां, पर वो धारण करदे ने। बस इन्ना क फर्क है साडे प्रचारकां च ते ब्रह्म ज्ञानियां च। ब्रह्म ज्ञानी सगल की रीना। आत्म रस ब्रह्म ज्ञानी चीना, आत्मा दा रस। सलोक आत्म रस दे जानिया हर रंग सहजे मान। नानक धन 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 जन आए ते प्रमाण। ये एंड है आत्म रस। आत्म रस चे जन ही सो है खालस देव। वही खालस है, खालसा कमाउण दा हकदार है। प्रभ मह मोह मह तास मह रंचक नाहिन बेव।
ਪ੍ਰਭੂ ਦੇ ਵਿੱਚ, ਮੇਰੇ ਵਿੱਚ ਤੇ ਉਸ ਖਾਲਸੇ ਵਿੱਚ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕੋਈ ਭਿੰਨ ਭੇਦ ਨਹੀਂ ਹੈ। ਸੋ ਆਪਾਂ ਵਿਚਾਰ ਕਰ ਰਹੇ ਸੀ 3 ਦਿਨਾਂ ਤੋਂ ਲਗਾਤਾਰ ਅੰਮ੍ਰਿਤ ਬਾਣੀ, ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਉ। ਮਹਾਰਾਜ ਦੀ ਬਾਣੀ ਅੰਮ੍ਰਿਤ ਹੈ। ਕਿਉਂ ਜੋ ਇਹਦੇ ਵਿੱਚ ਅੰਮ੍ਰਿਤ ਵਰਗਾ ਰਸ ਭਰਿਆ ਹੋਇਆ ਹੈ ਤੇ ਇਹਦੇ ਵਿੱਚ ਹੀ ਮਹਾਰਾਜ ਦਾ ਅੰਮ੍ਰਿਤ ਸਰੀਖਾ ਨਾਮ ਹੈ, ਜਿਸ ਦੇ ਨਾਲ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸਕਾ ਵਿਸਰਾਮ, ਅੰਦਰੋਂ ਹੀ ਸਭ ਕੁਝ ਪ੍ਰਗਟ ਹੁੰਦਾ ਹੈ। ਮਨ ਤਨ ਹਿਰਦੈ ਸਿਮਰ ਹਰਿ। ਇਸ ਲਈ ਹੇ ਭਾਈ, ਮਨ ਕਰਕੇ, ਤਨ ਕਰਕੇ, ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ। ਥੋੜ੍ਹਾ ਬਹੁਤਾ ਟਾਈਮ ਕੱਢਿਆ ਕਰੋ। 24 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਵਾਹਿਗੁਰੂ ਨਾਮ ਦਾ ਸਿਮਰਨ ਜਾਂ ਬਾਣੀ ਬਣਨੀ ਜਾਂ ਮੂਲ ਮੰਤਰ, ਕੁਛ ਵੀ ਆਤਮਾ ਦੇ ਭਲੇ ਕਰ ਲਈ ਇਹ ਕਰਨ ਦੀ ਆਗਿਆ ਹੈ। ਇਸੇ ਪ੍ਰਕਾਰ ਮਨ ਤਨ ਹਿਰਦੈ ਸਿਮਰ ਹਰਿ। ਤਨ ਅਤੇ ਹਿਰਦੇ ਰੂਪ ਸਥਾਨ ਵਿੱਚ ਰਹਿਣ ਵਾਲੇ ਮਨ ਨਾਲ ਪਰਮੇਸ਼ਰ ਦਾ ਸਿਮਰਨ ਕਰੋ। 8 ਪਹਿਰ ਗੁਣ ਗਾ। ਪਰ 8 ਪਹਿਰ ਪਰਮੇਸ਼ਰ ਦੇ ਕੀਰਤਨ ਵਿੱਚ ਪਾ ਕੇ ਰਸਨਾ ਦੇ ਨਾਲ ਗੁਣਾਂ ਨੂੰ ਗਾਉਣਾ ਕਰੋ। ਸੁਖਮਨੀ ਸਾਹਿਬ 'ਚ ਲਿਖਿਆ ਵੀ ਤੁਸੀਂ ਸੰਤ ਬਣਨਾ ਸੰਤ। ਜੇ ਸੰਤ ਬਣਨਾ ਤੇ ਮਹਾਰਾਜ ਨੇ ਇੱਕੋ ਹੀ ਗੱਲ ਦੱਸੀ ਹੈ, 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। 8 ਪਹਿਰ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਤੁਸੀਂ ਵੀ ਸੰਤ, ਤੁਸੀਂ ਵੀ ਭਗਤ ਬਣ ਜਾਓਗੇ। ਤੇ ਬੰਦਾ ਆਪਦੀ ਪ੍ਰਸਿੱਧੀ ਵਾਸਤੇ ਸਾਰਾ ਜ਼ੋਰ ਲਾ ਦਿੰਦਾ, ਨਾਮ ਕਮਾਉਂਦਾ, ਪੈਸੇ ਦੇ ਦੇ ਕੇ ਐਡਾਂ ਕਢਾਉਂਦਾ, ਅਖਬਾਰਾਂ ਦੇ ਵਿੱਚ ਰਸਾਲਿਆਂ 'ਚ ਮੇਰਾ ਨਾਂ ਆਏ, ਮੇਰੀ ਫੋਟੋ ਛਪੇ, ਪਰ ਮਹਾਰਾਜ ਕਹਿੰਦੇ ਨਾਮ ਜਪਦਾ ਨਹੀਂ। ਜੇ ਨਾਮ ਜਪੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹ ਹਰੀ ਦਾ ਜਨ ਬਣ ਜਾਂਦਾ, ਸੰਤ ਬਣ ਜਾਂਦਾ, ਭਗਤ ਬਣ ਜਾਂਦਾ। 8 ਪਹਿਰ ਨਾਮ ਜਪਣ ਤੋਂ ਪ੍ਰਗਟ ਹੋ ਜਾਂਦਾ ਹੈ, ਲੁਕਾਇਆ ਵੀ ਛੁਪਦਾ ਨਹੀਂ ਹੈ। ਇਸ ਲਈ 8 ਪਹਿਰ ਮਹਾਰਾਜ ਕਹਿੰਦੇ ਰਸਨਾ ਨਾਲ ਗੁਣਾਂ ਨੂੰ ਗਾਉਣਾ ਕਰੋ। ਉਪਦੇਸ਼ ਸੁਣਾਹੋ ਤੁਮ ਗੁਰ ਸਿੱਖੋ। ਇਹ ਗੁਰ ਸਿੱਖੋ, ਇਹ ਜਿਹੜਾ ਉਪਦੇਸ਼ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਵੱਡੇ ਸਤਿਗੁਰਾਂ ਦਾ ਹੈ। ਤੁਸੀਂ ਸ਼ਰਧਾ ਅਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੱਚਾ ਉਪਦੇਸ਼ ਸੁਣਨਾ ਕਰੋ। ਸੱਚਾ ਹੈ ਸਵਾਲ। ਇਹੀ ਸੱਚਾ ਪ੍ਰਯੋਜਨ, ਇਹੀ ਸੱਚਾ ਮਤਲਬ, ਇਹੀ ਸੱਚਾ ਲਾਭ ਹੈ। ਬਾਕੀ ਸਭ ਘਾਟੇ ਮੰਦਾ ਸੌਦਾ ਹੈ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜੇ ਉਪਦੇਸ਼ ਕਥਾ ਨਹੀਂ ਸੁਣੀ ਸਮਝ ਲਓ ਗੁਰਦੁਆਰੇ ਆਏ ਨਹੀਂ। ਗਿਆਨੀ ਜੰਗਬੀਰ ਸਿੰਘ ਜੀ ਮੇਰੇ ਸੀਨੀਅਰ ਨੇ, ਉਮਰ 'ਚ ਵੀ ਵੱਡੇ ਨੇ, ਭਾਵੇਂ ਸਾਲ ਵੱਡੇ ਹੋਣ। ਸੱਚਖੰਡ ਹਜੂਰ ਸਾਹਿਬ ਕਥਾਵਾਚਕ ਦੀ ਡਿਊਟੀ ਕਰ ਰਹੇ ਨੇ, ਅਮਰੀਕਾ ਦੇ ਸਿਟੀਜ਼ਨ ਹੋਣ ਦੇ ਬਾਵਜੂਦ। ਮੈਂ ਟਕਸਾਲ 'ਚ ਆਇਆ ਤੇ ਗੁਟਕਾ ਫੜੀ ਰੱਖਣਾ, ਤੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ। ਉਹਨੂੰ ਕਹਿੰਦੇ ਕੀ ਕਰਦਾ ਰਹਿਣਾ ਤੂੰ ਸਾਰੀ ਦਿਹਾੜੀ? ਮੈਂ ਕਿਹਾ ਕਰਨਾ ਕੀ ਹੈ, ਨਿਤਨੇਮ ਹੀ ਕਰਨਾ ਹੁੰਦਾ। ਕਹਿੰਦੇ ਉਹਦਾ ਘਰ ਵੀ ਆਪਾਂ ਕਰ ਸਕਦੇ ਹਾਂ। ਗੁਰਦੁਆਰੇ ਆਉਣ ਦਾ ਕੀ ਫਾਇਦਾ ਹੋਇਆ? ਤੂੰ ਗੁਰਦੁਆਰੇ ਆਇਆ, ਆ ਜਿਹੜੀਆਂ ਲੰਗਰ 'ਚ ਰੋਟੀਆਂ ਮਿਲਦੀਆਂ ਨੇ ਇਹ ਕਿਉਂ ਮਿਲਦੀਆਂ ਨੇ ਭਲਾ? ਸਾਨੂੰ ਤਾਂ ਮਹਾਂਪੁਰਖ ਪੈਸੇ ਵੀ ਦਿੰਦੇ। ਆ ਜਿਹੜੀਆਂ ਪੜ੍ਹਾਈਆਂ ਨੇ, ਕਿੰਨੀਆਂ ਕਿੰਨੀਆਂ ਮੋਟੀਆਂ ਫੀਸਾਂ, 40-40 ਹਜ਼ਾਰ ਤਾਂ ਜੰਮਦੇ ਬੱਚੇ ਦੀ ਐਡਮਿਸ਼ਨ ਫੀਸ, ਤੇ 1500 2000 ਤੋਂ ਘੱਟ ਤਾਂ ਕਿਸੇ ਵੀ ਸਕੂਲ 'ਚ ਫੀਸ ਨਹੀਂ ਤਾਂ 8-8 10-10 ਹਜ਼ਾਰ। ਤੇ ਤੁਹਾਨੂੰ ਪਤਾ ਵੀ ਪੜ੍ਹਾਈ ਕੀ ਆ, ਕੱਖ ਵੀ ਨਹੀਂ। ਉਲਟਾ ਮਾਂ ਪਿਓ ਨੂੰ ਝਟਕਾਂ ਪੈਂਦੀਆਂ ਵੀ ਕੰਪਿਊਟਰ ਕਿਉਂ ਨਹੀਂ ਲੈ ਕੇ ਦਿੱਤਾ ਨਿਆਣੇ ਨੂੰ, ਤੁਸੀਂ ਲਾਗੇ ਕਿਉਂ ਨਹੀਂ ਬੈਠੇ। ਕੋਈ ਬੰਦਾ ਪੁੱਛਣ ਵਾਲਾ ਹੋਵੇ 40,000 ਤਾਂ ਤੁਹਾਨੂੰ ਪੂਜਿਆ, 8,000 ਮਹੀਨੇ ਦਾ ਤੁਹਾਡੀ ਪੂਜਾ ਕਰ ਰਹੇ ਹਾਂ, ਤਨਖਾਹ ਸਾਡੀ 5,000 ਤੇ ਫਿਰ ਵੀ ਝਟਕਾਂ ਸਾਨੂੰ।
ਤੁਸੀਂ ਕਾਹਦੇ ਪੈਸੇ ਲੈਂਦੇ ਹੋ ਭਾਈ? ਪਰ ਬਿਲਕੁਲ ਨਹੀਂ, ਤੁਸੀਂ ਨਹੀਂ ਪੁੱਛ ਸਕਦੇ। ਕਿਸੇ ਟੀਚਰ ਨੂੰ ਕਦੀ ਨਹੀਂ ਪੁੱਛ ਸਕਦੇ ਤੁਸੀਂ। ਪੇਰੈਂਟਸ ਮੀਟਿੰਗਸ ਦੇ ਤੁਸੀਂ ਝਿੜਕਾਂ ਖਾਓਗੇ ਵੀ ਬੱਚਾ ਨਹੀਂ ਪੜ੍ਹਾਉਂਦੇ। ਕਦੀ ਮਾਂ ਪਿਓ ਇਹ ਨਹੀਂ ਕਹਿ ਸਕਦੇ ਵੀ ਤੂੰ ਬੱਚਾ ਨਹੀਂ ਪੜ੍ਹਾਇਆ। ਗੁਰੂ ਘਰ ਦੇ ਵਿੱਚ ਸਾਨੂੰ ਫ੍ਰੀ ਪੜ੍ਹਾਈ, ਕੱਪੜੇ ਲੀੜੇ, ਮਹਾਂਪੁਰਖ ਖਰਚਾ ਪਾਣੀ, ਆਉਣ ਜਾਣ ਦਾ ਕਿਰਾਇਆ, ਮਾਇਆ ਤੇਲਾ, ਸਭ ਬਿਮਾਰੀ ਸ਼ਮਾਰੀ ਉਹ ਸੰਤ ਮਹਾਂਪੁਰਖ ਲੋੜ ਪੂਰੀ ਕਰਦੇ। ਕਹਿੰਦੇ ਕਾਹਦੇ ਵਾਸਤੇ? ਵੀ ਗੁਰਮਤਿ ਦੀ ਵਿਦਿਆ ਕਥਾ ਸੁਣੋ ਧਿਆਨ ਨਾਲ ਬੈਠ ਕੇ, ਔਰ ਇਹਨੂੰ ਪਕਾਓ। ਜੇ ਆਪ ਦਾ ਨਿਤਨੇਮ ਹੀ ਕਰਕੇ ਘਰ ਨੂੰ ਚਲੇ ਗਏ ਫਿਰ ਗੁਰਦੁਆਰੇ ਆਉਣ ਦਾ ਕੀ ਫਾਇਦਾ ਹੋਇਆ? ਵੈਸੇ ਮਾਫ ਕਰਨਾ, ਬਾਣੀ ਪੜ੍ਹਨੀ ਇੱਕ ਭਗਤੀ ਹੈ, ਨਾਮ ਜਪਣਾ। ਪਰ ਮੈਂ ਇਹ ਬੇਨਤੀ ਕਰ ਰਿਹਾ ਵੀ ਜੋ ਮੈਨੂੰ ਉਹਨਾਂ ਨੇ ਕਮੈਂਟ ਕੀਤਾ, ਗਿਆਨੀ ਜੰਗਬੀਰ ਸਿੰਘ ਨੇ ਬਾਂਹ ਤੋਂ ਫੜ ਕੇ ਝੰਜੋੜਿਆ, ਆਖਿਆ ਵੀ ਤੂੰ ਆਪਦਾ ਧਿਆਨ ਜੋ ਕੁਛ ਇੱਥੇ ਹੁੰਦਾ ਇਹਦੇ ਚ ਲਾ, ਤੇ ਤਾਂ ਹੀ ਤੇਰਾ ਲਾਭ ਹੈ ਜੇ ਕੁਛ ਇੱਥੋਂ ਲੈ ਕੇ ਜਾਏਗਾ। ਮੈਂ ਕਿਹਾ ਜੀ ਆਉਂਦਾ ਸਭ ਕੁਛ ਹੀ, ਪਾਠ ਕਰਨਾ ਆਪਾਂ ਪਾਠ ਕਰ ਲੈਂਦੇ। ਕਹਿੰਦੇ ਨਹੀਂ, ਜਿੰਨਾ ਚਿਰ ਮਰਜ਼ਾਦਾ ਦੇ ਨਾਲ ਉਸਤਾਦ ਕੋਲ ਨਹੀਂ ਬੈਠਾਂਗੇ ਉਹਨਾਂ ਚਿਰ ਪ੍ਰਾਪਤੀ ਨਹੀਂ ਹੋਈ। ਸੰਧਿਆ ਵੇ ਸ਼ੁਰੂ ਕਰਾਈ, ਉਹਨਾਂ ਆਪ ਮੈਨੂੰ ਕਾਇਦਾ ਪੜ੍ਹਾਇਆ, ਇਕੱਠੇ ਆਪਾਂ ਪੜ੍ਹਦੇ ਰਹੇ। ਮਹਾਰਾਜ ਦੀ ਕਿਰਪਾ, ਕਥਾ ਭਾਵੇਂ ਮੈਂ ਹੀ ਪਹਿਲਾਂ ਕਰਨ ਲੱਗਾ, ਉਹ ਬਾਅਦ 'ਚ ਕਰਨ ਲੱਗੇ, ਪਰ ਗੱਲ ਤਾਂ ਸਿਆਣੀ ਸੀਗੀ। ਗੁਰਦੁਆਰੇ ਦੀਆਂ ਰੋਟੀਆਂ ਇਸ ਵਾਸਤੇ ਹਨ ਵੀ ਜਿਹੜੀ ਸਾਧ ਸੰਗਤ ਬੈਠ ਕੇ ਕਥਾ ਕੀਰਤਨ ਕਰਦੀ ਸੁਣਦੀ, ਆ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ, ਇਹ ਸੇਵਾ ਅਸੀਂ ਘਰ ਨਹੀਂ ਕਰ ਸਕਦੇ। ਸੇਵਾਦਾਰਾਂ ਵਾਸਤੇ ਤੇ ਸਾਧ ਸੰਗਤ ਵਾਸਤੇ ਹੈ, ਤੇ ਇਸ ਵਾਸਤੇ ਪੜ੍ਹਾਈ ਲਾਜ਼ਮੀ ਹੈ। ਸੋ ਗੁਰਮਤਿ ਜਿਹਦੇ ਨਾਲ ਮਨ ਦ੍ਰਿੜ ਹੁੰਦਾ, ਪ੍ਰਪੱਕ ਹੁੰਦਾ, ਜਿਹੜਾ ਮਹਾਰਾਜ ਦਾ ਉਪਦੇਸ਼ ਹੈ ਕਥਾ ਦੁਆਰਾ, ਕੀਰਤਨ ਦੁਆਰਾ, ਬਾਣੀ ਦਾ ਪਾਠ ਚੱਲ ਰਿਹਾ ਹੈ, ਉਹ ਅਖੰਡ ਪਾਠ ਆਪਾਂ ਘਰ ਨਹੀਂ ਸੁਣ ਸਕਦੇ। ਗੁਰੂ ਘਰ ਦੇ ਵਿੱਚ ਹੀ ਆਪਾਂ ਸੁਣ ਸਕਦੇ ਹਾਂ। ਜੋ ਕੁਛ ਹੋ ਰਿਹਾ ਹੈ ਉਹਨੂੰ ਧਿਆਨ ਨਾਲ ਸੁਣੋ, ਆਪ ਦਾ ਵੀ ਕਰੋ ਤੇ ਸੁਣੋ ਵੀ ਪਿਆਰ ਦੇ ਨਾਲ। ਸੋ ਜਿਸ ਦਿਨ ਮਹਾਂਪੁਰਖਾਂ ਦੀ ਮੌਜ ਹੁੰਦੀ ਉਹਨਾਂ ਲੈਣ ਲਾ ਲੈਣੀ, ਕਹਿੰਦੇ ਦੱਸੋ ਭਾਈ ਕਥਾ ਸੁਣੀ, ਜੇ ਤਾਂ ਸੁਣਾਤੀ ਫੇਰ ਤਾਂ ਵਾਹ ਵਾਹ, ਜੇ ਨਹੀਂ ਤਾਂ ਸਜ਼ਾ ਮਿਲਣੀ। ਤੋ ਇਸ ਲਈ ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਤੁਸੀਂ ਗੁਰਦੁਆਰੇ ਆਏ ਹੋ ਜਾਂ ਤੁਹਾਨੂੰ ਮਨੁੱਖਾ ਜਨਮ ਮਹਾਰਾਜ ਨੇ ਦਿੱਤਾ ਹੈ, ਤੇ ਗੁਰੂ ਘਰ ਆਓ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਦੁਆਰਾ ਮਹਾਰਾਜ ਦਾ ਸੱਚਾ ਉਪਦੇਸ਼ ਕਥਾ ਕੀਰਤਨ ਪਾਠ ਦੁਆਰਾ ਸੁਣਨਾ ਕਰੋ। ਸੱਚਾ ਸੱਚਾ ਹੀ ਹੈ ਸਵਾਲ। ਗੁਰਦੁਆਰੇ ਆਉਣ ਦਾ ਇਹ ਮਤਲਬ ਹੈ, ਇਹੀ ਸਾਧ ਸੰਗਤ ਜੀ ਪ੍ਰਯੋਜਨ ਹੈ, ਇਹ ਲਾਭ ਹੈ। ਜੇ ਲਾਭ ਨਹੀਂ ਲਿਆ, ਜੇ ਇਹ ਆਏ, ਜੇ ਇਹ ਨਾ ਆਏ, ਤੇ ਨਿਤਨੇਮ ਕਰਨਾ ਕੋਈ ਹਰਜ ਨਹੀਂ ਹੈ। ਸੰਗਤ ਮਹਿਸੂਸ ਨਾ ਕਰੇ। ਮੈਨੂੰ ਤਾਂ ਉਹੀ ਨੀਂਦ ਆ ਜਾਂਦੀ ਜੇ ਮੈਂ ਵਿਹਲਾ ਬੈਠਾ। ਮੈਂ ਤਾਂ ਨਿਤਨੇਮ ਕਰਦਿਆਂ ਹੀ ਸੁਣਦਾ ਹਾਂ, ਨਾਲੇ ਤਾਂ ਪਾਠ ਵੀ ਹੋ ਜਾਂਦਾ, ਨਾਲੇ ਸੁਣਿਆ ਵੀ ਜਾਂਦਾ। ਜੇ ਵਿਹਲੇ ਬਹਿ ਜਾਓ ਫਿਰ ਉਹ ਨੀਂਦਰ ਆ ਕੇ ਸੁਸਤੀ ਘੇਰ ਲੈਂਦੀ ਹੈ। ਤੋ ਹਰਜ ਨਹੀਂ ਕੋਈ ਗੱਲ। ਮੈਂ ਬੇਨਤੀ ਕੀਤੀ ਧਿਆਨ ਦੀ, ਤੁਹਾਨੂੰ ਮੈਂ ਧਿਆਨ ਜੋ ਆਵਾਜ਼ ਆ ਰਹੀ ਹੈ, ਧਿਆਨ ਸਾਡਾ ਉਹਦੇ 'ਚ ਹੋਣਾ ਚਾਹੀਦਾ। ਇਸ ਲਈ ਇਕਾਗਰਤਾ ਦੇ ਨਾਲ ਆਪਾਂ ਜੋ ਮਰਜ਼ੀ ਕਰ ਸਕਦੇ ਹਾਂ। ਇਸ ਲਈ ਪਾਤਸ਼ਾਹ ਜੀ ਦਾ ਇਹ ਮਤਲਬ ਹੈ ਕਿ ਜੇ ਤੁਸੀਂ ਆਏ ਹੋ ਤਾਂ ਲਾਭ ਲੈ ਕੇ ਜਾਓ। ਨਿਤਨੇਮ ਦਾ ਵੀ ਬਹੁਤ ਭਾਰੀ ਲਾਭ ਹੈ। ਘਰ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ, ਉਹਦਾ ਫਲ ਇੱਕ ਮਿਲੂਗਾ। ਜੇ ਇੱਥੇ ਇੱਕ ਕਰ ਦਿੱਤਾ, ਉਹਦਾ ਪਾਠ 10 ਗੁਣਾ ਵੱਧ, 1 ਗੁਣਾ 10, ਯਾਨੀ ਕਿ 10 ਪਾਠ ਤੁਸੀਂ ਕਰ ਲਏ। ਘਰ ਬੈਠਿਆਂ 10 ਕਰ ਲਏ, ਇੱਥੇ ਇੱਕ ਕਰ ਲਿਆ, ਇੱਕ ਬਰਾਬਰ ਹੈ। ਜਿਹੜਾ ਮਹਾਰਾਜ ਦੇ ਗੋਡੇ ਕੋਲ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਪੜ੍ਹਨਾ, ਸਮਝ ਲਓ 10 ਕਰ ਲਏ। ਸੰਤ ਕਰਤਾਰ ਸਿੰਘ ਜੀ ਖਾਲਸਾ ਲਾਲਚ ਦਿੰਦੇ ਸਿੰਘਾਂ ਨੂੰ, ਕਹਿੰਦੇ ਸਿੰਘੋ ਜਿਹੜਾ 1 ਘੰਟਾ ਸੰਗਤ ਨੂੰ ਕਥਾ ਸਰਵਣ ਕਰਾਉਣੀ ਹੈ, ਜਿੰਨੇ ਪ੍ਰਾਣੀਆਂ ਨੇ ਬੈਠ ਕੇ ਸੁਣ ਲਈ ਕੀਤੀ, ਭਾਵੇਂ 1 ਘੰਟਾ ਹੀ ਹੈ, ਉਹ ਓਨੇ ਘੰਟੇ ਤੁਹਾਡੇ ਖਾਤੇ 'ਚ ਮਹਾਰਾਜ ਜਮ੍ਹਾਂ ਕਰ ਦਿੰਦਾ। ਮਤਲਬ ਇੰਨਾ ਲਾਭ ਹੈ, ਕਿੰਨਿਆਂ ਦਾ ਭਲਾ ਹੁੰਦਾ ਸੁਣਨ ਤੋਂ। ਤੋ ਇਸ ਲਈ ਗੁਰੂ ਘਰ ਦੇ ਵਿੱਚ ਇੰਨਾ ਵੱਡਾ ਲਾਭ ਹੈ, ਕੋਈ ਇੱਕ ਜ਼ੁਬਾਨ ਦੇ ਨਾਲ ਕਹਿ ਨਹੀਂ ਸਕਦਾ। ਉਪਦੇਸ਼ ਸੁਣੋ ਤੁਮ ਗੁਰ ਸਿੱਖ ਹੋ। ਤੁਸੀਂ ਗੁਰੂ ਦੇ ਸਿੱਖ ਹੋ ਤੇ ਸ਼ਰਧਾ ਭਾਵਨਾ ਪਿਆਰ ਨਾਲ ਉਪਦੇਸ਼ ਸੁਣਿਆ ਕਰੋ। ਪਿੰਡਾਂ ਦੇ ਗੁਰਦੁਆਰਿਆਂ 'ਚ ਕਿੱਥੇ ਕਥਾ ਕੀਰਤਨ ਹੁੰਦਾ? ਅਸੀਂ ਤਾਂ ਤਰਸ ਗਏ ਇਹਨਾਂ ਚੀਜ਼ਾਂ ਨੂੰ, ਤੇ ਟਕਸਾਲ ਦੇ ਵਿੱਚੋਂ ਆ ਕੇ ਪ੍ਰਾਪਤੀ ਹੋਈ। ਪਿੰਡ 'ਚ ਤਾਂ ਬਾਬੇ ਨੂੰ ਮਾਫ ਕਰਨਾ, ਕੋਈ ਗੱਲ ਪੁੱਛ ਲਓ ਪਾਠ ਬਾਰੇ ਜਾਂ ਕੁਛ ਵੀ, ਉਹਨਾਂ ਕੀ ਗਿਆਨ ਹੁੰਦਾ।
ਤੇ ਇੰਨੇ ਵੱਡੇ ਵੱਡੇ ਅਰਥ, ਇੰਨਾ ਸੋਹਣਾ ਕੀਰਤਨ ਜੋ ਗੁਰਦੁਆਰੇ ਸੋ ਸਾਧ ਸੰਗਤ ਦੇ ਵਿੱਚ ਆਪ ਨੂੰ ਪ੍ਰਾਪਤ ਹੈ, ਆਮ ਕਿਤੇ ਅਵੇਲੇਬਲ ਨਹੀਂ ਹੈ। ਹੁਣ ਵੈਸੇ ਐਡਵਾਂਸ ਹੋ ਗਿਆ ਸਭ ਕੁਝ, ਮਹਾਰਾਜ ਦੀ ਕਿਰਪਾ ਹੋ ਗਈ। ਪੁਰਾਣੇ ਸਮੇਂ 'ਚ ਕਿੱਥੇ ਇੰਨਾ ਕੁਛ ਸੀਗਾ। ਇਸ ਲਈ ਇਹ ਘਰ 'ਚ ਗੰਗਾ ਦੀ ਤਰ੍ਹਾਂ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਹੋਇਆ ਹੈ, ਇਹਨੂੰ ਸਫਲ ਕਰ ਲਓ ਭਾਈ। ਸੱਚਾਈ ਹੈ ਸੁਆਉ, ਇਹ ਸੱਚਾ ਪ੍ਰਯੋਜਨ, ਸੱਚਾ ਲਾਭ ਹੈ। ਜਨਮ ਪਦਾਰਥ ਸਫਲ ਹੋਏ, ਫਿਰ ਤੁਹਾਨੂੰ ਮਨੁੱਖਾ ਜਨਮ ਰੂਪੀ ਜਿਹੜਾ ਪਦਾਰਥ ਮਿਲਿਆ ਇਹ ਤਾਂ ਸਫਲ ਹੋਵੇਗਾ। ਸਫਲ ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਉਹ ਮੈਂ ਸਹਿਜ ਪਾਠ ਰੱਖ ਲਿਆ, ਬਾਬੇ ਨੇ ਜਿੰਦਰਾ ਮਾਰ ਕੇ ਸੇਵਾ ਤੇ ਚੱਲ ਜਾਣਾ, ਮੈਂ ਮੂੰਹ ਵੱਲ ਵੇਂਦੇ ਰਹਿਣਾ। ਸੋਚਿਆ ਮਨਾ ਵੀ ਗੁਰਦੁਆਰਾ ਬੰਦ, ਜਿੰਦਰਾ ਤਾਂ ਹੋਣਾ ਨਹੀਂ ਚਾਹੀਦਾ। ਤੇ ਸਾਡੇ ਨਗਰ ਵੀ ਸ਼ਹੀਦਾਂ ਦਾ ਸਥਾਨ ਹੈ ਜੋ ਹਮੇਸ਼ਾ ਖੁੱਲ੍ਹਾ ਰਹਿੰਦਾ, 2 ਕਿਲੋਮੀਟਰ ਚੱਲ ਕੇ ਜਾਣਾ। ਕਹਿਣ ਦਾ ਭਾਵ ਇਹ ਹੈ ਵੀ ਸਹਿਜ ਪਾਠ ਕਰਨ ਦੀ ਵੀ ਜਗ੍ਹਾ ਨਹੀਂ ਮਿਲਦੀ, ਕਥਾ ਕਿੱਥੋਂ ਮਿਲਣੀ, ਕੀਰਤਨ ਕਿੱਥੋਂ ਸੁਣਨਾ। ਇਸ ਵਾਸਤੇ ਇਹ ਸਭ ਤੋਂ ਵੱਡਾ ਲਾਭ ਹੈ। ਮਨ ਮਹਿ ਲਾਏ ਹੋ ਭਾਵ, ਜੇ ਮਨ ਹਿਰਦੇ ਦੇ ਵਿੱਚ ਵਾਹਿਗੁਰੂ ਨਾਲ ਤੁਸੀਂ ਪ੍ਰੇਮ ਲਾਉਣਾ ਕਰੋਗੇ, ਜਨਮ ਪਦਾਰਥ ਸਫਲ ਹੋਏ, ਤਾਂ ਤੁਹਾਡਾ ਮਨੁੱਖਾ ਜਨਮ ਰੂਪੀ ਪਦਾਰਥ ਸਫਲ ਹੋ ਜਾਵੇਗਾ। ਸਫਲ ਸਫਲ ਭਈ ਸਫਲ ਯਾਤਰਾ। ਮਨ ਮਹਿ ਲਾਏ ਹੋ ਭਾਵ, ਪਰ ਸਫਲ ਤਾਂ ਹੋਏਗਾ ਜੇ ਵਾਹਿਗੁਰੂ ਨਾਲ ਮਨ ਦੇ ਤਾਂ ਕਰਕੇ ਪ੍ਰੇਮ ਲਾਉਣਾ ਕਰੋਗੇ। ਸੁਖ ਸਹਿਜ ਆਨੰਦ ਕਣਾ, ਸੁਖ ਵੀ ਮਿਲੇਗਾ, ਸਹਿਜ ਗਿਆਨ ਵੀ ਮਿਲੇਗਾ ਤੇ ਘਣਾ ਆਨੰਦ, ਬਹੁਤਾ ਆਨੰਦ ਵੀ ਪ੍ਰਾਪਤ ਹੋਵੇਗਾ। ਰੱਬ ਜਪਤਿਆ ਦੁੱਖ ਜਾਏ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਪ੍ਰਭੂ ਦਾ ਨਾਮ ਜਪਦਿਆਂ ਦੁੱਖ ਵੀ ਚਲਿਆ ਜਾਏਗਾ। ਭਾਵ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਚਾਖੇੜਾ ਚਾਖੇੜਾ ਮੈਂ ਹਰਸ ਮੀਠਾ ਰਾਮ। ਨਾਨਕ ਨਾਮ ਜਪਤ ਸੁਖ ਊਪਜੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹਿਰਦੇ ਵਿੱਚ ਆਤਮਿਕ ਆਨੰਦ ਪੈਦਾ ਹੁੰਦਾ ਹੈ। ਦਰਗਹਿ ਪਾਈਐ ਥਾ, ਅਤੇ ਪਰਮੇਸ਼ਰ ਦੀ ਦਰਗਾਹ ਨਿਆਂ ਸਭਾ ਵਿੱਚ ਵੀ ਥਾਂ ਟਿਕਾਣਾ ਸਥਿਤੀ ਪਾਈ ਦੀ ਹੈ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਨਾਨਕ ਨਾਮ ਧਿਆਈਐ। ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਤਦ ਹੀ ਪਰਮੇਸ਼ਰ ਦਾ ਨਾਮ ਧਿਆਈਦਾ ਹੈ। ਗੁਰ ਪੂਰਾ ਮਤ ਦੇ, ਜਦ ਪੂਰਾ ਗੁਰੂ ਨਾਮ ਜਪਣ ਦੀ ਮਤ ਬਖਸ਼ਦਾ ਹੈ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ। ਭਾਣੈ ਜਪ ਤਪ ਸੰਜਮੋ, ਗੁਰੂ ਸਾਹਿਬ ਜੀ ਦਾ ਭਾਣਾ ਮੰਨਣਾ ਹੀ ਸਭ ਜਪ ਤਪ ਤੇ ਸੰਜਮ ਸਾਧਨ ਨੇ। ਜਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਜਪ ਤਪ ਸੰਜਮ ਆਦਿ ਕਰੀਦੇ, ਪਾਵੇ ਹੁਕਮ ਦੇ ਵਿੱਚ ਹੀ ਸਫਲੇ ਹੁੰਦੇ ਨੇ। ਅਤੇ ਹੁਕਮ ਮੰਨਣ ਵਾਲੇ ਨੂੰ ਹੀ ਪਰਮੇਸ਼ਰ ਸੰਸਾਰ ਸਮੁੰਦਰ ਦੇ ਵਿੱਚੋਂ ਭਾਣੈ ਹੀ ਕੱਢ ਲੇ। ਸੰਸਾਰ ਉਸ ਸਮੁੰਦਰ ਚੋਂ ਕੱਢ ਲੈਂਦਾ ਹੈ, ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਹੀ। ਭਾਣੈ ਜੂਨ ਪਵਾਈਐ, ਪਰਮੇਸ਼ਰ ਆਪਣੇ ਹੁਕਮ ਅਨੁਸਾਰ ਹੀ ਵਾਸ਼ਨਾ ਬੱਧਾ ਆਵੇ ਜਾਵੇ, ਵਾਸ਼ਨਾ ਚ ਬੱਝੇ ਜੀਵਾਂ ਨੂੰ ਜੂਨਾਂ ਚ ਭਵਾਉਂਦਾ ਫਿਰਦਾ ਰਹਿੰਦਾ ਹੈ। ਭਾਣੈ ਬਖਸ਼ ਕਰੇ, ਹਰ ਪਰਮੇਸ਼ਰ ਆਪਣੇ ਭਾਣੇ ਹੁਕਮ ਅਨੁਸਾਰ ਹੀ ਗੁਰਾਂ ਦੁਆਰਾ ਨਾਮ ਜਪਣ ਦੀ ਬਖਸ਼ਿਸ਼ ਕਰਦਾ ਹੈ। ਭਾਣੈ ਦੁੱਖ ਸੁਖ ਭੋਗੀਐ, ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਪਾਪ ਕਰਮਾਂ ਕਰਕੇ ਦੁੱਖ
ਤੇ ਪੁੰਨ ਕਰਮਾਂ ਕਰਕੇ ਸੁੱਖ ਨੂੰ ਭੋਗਣਾ ਕਰੀਦਾ ਹੈ। ਭਾਣੈ ਕਰਮ ਕਰੇ ਹਰ ਭਾਣੇ ਹੁਕਮ ਦੇ ਵਿੱਚ ਹੀ ਜੀਵ ਸੰਚਿਤ ਕਰੇ ਮਾਨ ਤੇ ਪ੍ਰਲਬਧ ਰੂਪੀ ਕਰਮਾਂ ਨੂੰ ਕਰਦਾ ਹੈ। ਭਾਣੈ ਮਿੱਟੀ ਸਾਜ ਕੈ ਭਾਣੇ ਹੁਕਮ ਦੇ ਵਿੱਚ ਹੀ ਮਿੱਟੀ ਆਦਿਕ ਪੰਜ ਤੱਤਾਂ ਨਾਲ ਸਰੀਰਾਂ ਨੂੰ ਸਾਜ ਰਚ ਕੇ ਬਣਾ ਕੇ ਭਾਣੈ ਜੋਤ ਧਰੇ ਪਰ ਫਿਰ ਆਪ ਹੀ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਉਹਨਾਂ ਦੇਹਾਂ ਅੰਦਰ ਆਪਣੀ ਚੇਤਨ ਸੱਤਾ ਰੂਪੀ ਜੋਤ ਰੱਖਣਾ ਕੀਤੀ ਹੈ। ਭਾਣੈ ਭੋਗ ਪੁਗਾਏ ਦਾ ਆਪਣੇ ਹੁਕਮ ਦੇ ਵਿੱਚ ਹੀ ਜੀਵਾਂ ਨੂੰ ਵਾਸ਼ਨਾ ਅਨੁਸਾਰ ਮਾਤ ਲੋਕ ਸਵਰਗ ਲੋਕ ਤੇ ਬ੍ਰਹਮ ਲੋਕ ਦੇ ਭੋਗਾਂ ਨੂੰ ਭੋਗਾਉਂਦਾ ਹੈ। ਭਾਣੈ ਮਨ ਹੈ ਘਰੇ ਅਤੇ ਆਪਣੇ ਹੁਕਮ ਦੇ ਵਿੱਚ ਹੀ ਗੁਰਮੁਖ ਜਨਾਂ ਨੂੰ ਭੋਗਾਂ ਦੇ ਭੋਗਣ ਵੱਲੋਂ ਮਨਾ ਕਰਦਾ ਰੋਕਣਾ ਕਰਦਾ ਹੈ। ਭਾਣੈ ਨਰਕ ਸੁਰਗ ਅਵਤਾਰੇ ਆਪਣੇ ਹੁਕਮ ਦੇ ਵਿੱਚ ਹੀ ਪਾਪੀ ਜੀਵਾਂ ਨੂੰ ਵਾਹਿਗੁਰੂ ਨਰਕਾਂ ਵਿੱਚ ਭੇਜਦਾ ਤੇ ਸਕਾਮੀ ਜੀਵਾਂ ਨੂੰ ਸਵਰਗ ਦੇ ਵਿੱਚ ਉਤਾਰਦਾ ਹੈ। ਭਾਣੈ ਧਰਨ ਪਰੇ ਅਤੇ ਹੁਕਮ ਦੇ ਵਿੱਚ ਹੀ ਜੀਵ ਧਰਤੀ ਤੇ ਡਿੱਗ ਪੈਂਦਾ ਜਾਂ ਹੁਕਮ ਦੇ ਵਿੱਚ ਹੀ ਜੀਵ ਗਰੀਬੀ ਨਿਮਰਤਾ ਧਾਰਨ ਰੂਪ ਧਰਤੀ ਤੇ ਪੈਂਦਾ ਜਾਂ ਸਾਧ ਸੰਗਤ ਸ਼ਰਨ ਰੂਪ ਧਰਤੀ ਤੇ ਪੈਂਦਾ ਜਾਂ ਹੁਕਮ ਦੇ ਵਿੱਚ ਹੀ ਭੂਮਿਕਾ ਜੋ ਸੱਤ ਨੇ ਤੁਰਿਆ ਪਦ ਰੂਪ ਧਰਤੀ ਦੀ ਪ੍ਰਾਪਤੀ ਹੋ ਜਾਂਦੀ ਜਾਂ ਭੂਮਾ ਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਣੈ ਹੀ ਜਿਸ ਭਗਤੀ ਲਾਏ ਆਪਣੇ ਹੁਕਮ ਦੇ ਵਿੱਚ ਹੀ ਜਿਨ੍ਹਾਂ ਨੂੰ ਵਾਹਿਗੁਰੂ ਪ੍ਰੇਮਾ ਭਗਤੀ ਵਿੱਚ ਲਾਉਂਦਾ ਹੈ। ਨਾਨਕ ਵਿਰਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਿਆਰੇ ਉਹ ਕੋਈ ਵਿਰਲੇ ਟਾਵੇਂ ਹੀ ਹਨ ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਪੌੜੀ ਵਡਿਆਈ ਸੱਚੇ ਨਾਮ ਕੀ ਪੰਜਵੇਂ ਪਾਤਸ਼ਾਹ ਜੀ 12ਵੀਂ ਪੌੜੀ ਉਚਾਰ ਰਹੇ ਨੇ ਕਿ ਹੇ ਭਾਈ ਸਭ ਵਡਿਆਈ ਮਹਿਮਾ ਸੱਚੇ ਨਾਮ ਦੀ ਹੈ। ਆਓ ਜੀਵਾ ਸੁਣ ਸੁਣੇ ਇਸ ਲਈ ਮੈਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ ਸੁਣ ਕੇ ਜਿਉਂਦਾ ਹਾਂ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ ਪਸ਼ੂ ਪ੍ਰੇਤ ਅਗਿਆਨ ਪਸ਼ੂ ਅਤੇ ਪ੍ਰੇਤ ਬਿਰਤੀ ਵਾਲੇ ਅਗਿਆਨ ਅਣਜਾਣ ਜਾਂ ਪਸ਼ੂਵਤ ਅਗਿਆਤ ਤੇ ਪ੍ਰੇਤਵਤ ਅਪਵਿੱਤਰ ਜਾਂ ਪਸ਼ੂ ਵਰਗੇ ਸੁਭਾਅ ਤੇ ਪ੍ਰੇਤ ਦੀ ਨਿਆਈ ਸ਼ਰਾਬ ਪੀਣ ਵਾਲੇ ਅਗਿਆਨੀ ਜੀਵ ਨੂੰ ਉਧਾਰੇ ਇੱਕ ਖਣੇ ਸੱਚੇ ਨਾਮ ਨੇ ਇੱਕ ਛਿਨ ਵਿੱਚ ਹੀ ਉਧਾਰ ਦਿੱਤਾ ਤਾਰ ਦਿੱਤਾ ਹੈ। ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ। ਐਸੇ ਸਤਿਗੁਰੂ ਹਨ ਸੱਚੇ ਪਾਤਸ਼ਾਹ ਦੀਨ ਦਿਆਲ ਜਿਨ੍ਹਾਂ ਨੇ ਪਸ਼ੂਆਂ ਪ੍ਰੇਤਾਂ ਅਗਿਆਨੀਆਂ ਤੇ ਪੱਥਰਾਂ ਦਾ ਵੀ ਉਧਾਰ ਕੀਤਾ ਹੈ। ਦਿਨ ਸਰੈਣ ਤੇਰਾ ਨਾਮ हे ਪਰਮੇਸ਼ਰ ਐਸੀ ਕਿਰਪਾ ਕਰੋ ਜੋ ਮੈਂ ਤੇਰਾ ਨਾਮ ਰਾਤ ਦਿਨੇ ਸਦਾ ਸਦ ਜਾਪੀਐ ਸਦਾ ਸਦਾ ਜਪਣਾ ਕਰਾਂ ਇਹ ਮੇਰੇ ਤੇ ਕਿਰਪਾ ਹੋਵੇ ਜੀ। ਤ੍ਰਿਸ਼ਨਾ ਭੁੱਖ ਵਿਕਰਾਲ हे ਪਰਮੇਸ਼ਰ ਜਿਸ ਤ੍ਰਿਸ਼ਨਾ ਰੂਪ ਭੁੱਖ ਨੇ ਜੀਵਾਂ ਦੇ ਤਾਈਂ ਭਿਆਨਕ ਕਰ ਛੱਡਿਆ ਹੈ ਜਾਂ ਜੋ ਰਸਾਂ ਕਸਾਂ ਦੀ ਤ੍ਰਿਸ਼ਨਾ ਤੇ ਪਦਾਰਥਾਂ ਦੀ ਆਸਾ ਰੂਪ ਭੁੱਖ ਜੀਵਾਂ ਨੂੰ ਭਿਆਨਕ ਭਾਵ ਖਰਾਬ ਕਰ ਰਹੀ ਹੈ ਜਾਂ ਭਿਆਨਕ ਤ੍ਰਿਸ਼ਨਾ ਰੂਪ ਭੁੱਖ ਤੋਂ ਨਾਏ ਤੇਰਾ ਧਰਾਪੀ ਹੈ ਤੇਰਾ ਨਾਮ ਜਪ ਕੇ ਹੀ ਤ੍ਰਿਪਤ ਹੋਈਦਾ ਹੈ। ਰੋਗ ਸੋਗ ਦੁਖ ਵੰਜੈ हे ਪਰਮੇਸ਼ਰ ਜਿਸ ਨਾਉ ਮਨ ਵਸੈ ਜਿਸ ਦੇ ਮਨ ਭਾਵ ਹਿਰਦੇ ਵਿੱਚ ਤੇਰਾ ਵਾਹਿਗੁਰੂ ਨਾਮ ਵਸ ਜਾਂਦਾ ਹੈ
ਉਸ ਦਾ ਹਉਮੈ ਦਾ ਜਾਂ ਅਗਿਆਨ ਦਾ ਰੋਗ, ਵਿਛੋੜੇ ਦਾ ਗਮ ਤੇ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ। ਦੁੱਖ ਕਲੇਸ਼ ਨ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਤਿਸਹਿ ਪ੍ਰਾਪਤ ਲਾਲ, हे ਪਰਮੇਸ਼ਰ, ਤਿਸ ਨੂੰ ਪ੍ਰੇਮ, ਗਿਆਨ, ਸਰੂਪ ਰੂਪੀ ਲਾਲ ਪ੍ਰਾਪਤ ਹੁੰਦਾ ਹੈ। ਜੋ ਗੁਰ ਸਬਦੀ ਰਸੈ, ਜੋ ਗੁਰਾਂ ਦੇ ਉਪਦੇਸ਼ ਵਿੱਚ ਰਸ ਜਾਂਦਾ, ਰਚ ਮਿਚ ਜਾਂਦਾ ਹੈ, ਤਦਾਕਾਰ ਹੁੰਦਾ ਹੈ। ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ, ਇਹ ਖੰਡ ਬ੍ਰਹਮੰਡ ਵਿੱਚ ਅਣਗਿਣਤ ਜੀਵਾਂ ਨੂੰ ਉਦਾਹਰਨ ਵਾਲੇ ਪਰਮੇਸ਼ਰ ਅਤੇ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ, हे ਸੱਚੇ ਮੇਰੇ ਪਿਆਰਿਆ, ਤੇਰੀ ਜੋ ਸੋਭਾ ਮਹਿਮਾ ਹੈ ਤੈਨੂੰ ਹੀ ਬਣਾਉਂਦੀ ਹੈ। ਇਸੇ ਪ੍ਰਕਾਰ ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ। हे ਸਤਿਗੁਰੂ ਜੀ, ਖੰਡਾਂ ਬ੍ਰਹਮੰਡਾਂ ਆਦਿਕ ਸਭ ਥਾਵਾਂ ਵਿੱਚ ਸੰਗਤਾਂ ਤੁਹਾਨੂੰ ਪੂਜਦੀਆਂ ਨੇ, ਕਿਉਂਕਿ ਤੁਸੀਂ ਜੀਵਾਂ ਨੂੰ ਨਾਮ ਦਾ ਉਪਦੇਸ਼ ਦੇ ਕਰਕੇ ਸੰਸਾਰ ਸਮੁੰਦਰ ਤੋਂ ਉਧਾਰਨ ਵਾਲੇ ਹੋ, ਤਾਰਨ ਵਾਲੇ ਹੋ। ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ, ਇਸ ਲਈ हे ਸੱਚੇ ਮੇਰੇ ਪਿਆਰਿਆ, ਤੇਰੀ ਸ਼ੋਭਾ ਤੈਨੂੰ ਹੀ ਬਣਾਉਂਦੀ ਹੈ। ਕਨ ਹਰ ਬੂੰਦ ਬਸੁਰੋ ਮਾਵਲ, ਕੁਸੁਮ ਬਨ ਬਸੰਤ ਗਨੰਤ ਨ ਆਵੈ। रव सस किरण उदर सागर को, गंग तरंग अंध को पावै। रुद्र ध्यान ज्ञान सतगुर के, कब जन भल उन्हें जो गावै। भले अमरदास गुण तेरे, तेरी उपमा तोहे बन आवै। हे महाराज, तेरी उपमा तैनू ही बनाउंदी है, तेरे वर्गा होर कोई संसार विच नहीं है। इत्थे 12वीं पौड़ी संपूर्ण हुई है जी। फतेह बुलाओ। खंड ब्रह्मंड बेअंत उदाहरण हारिया, तेरी शोभा तुध सच्चे मेरे प्यारिया। वाहिगुरु जी का खालसा, वाहिगुरु जी की फतेह।